सतनाम वाहिगुरु साहिब जीओ। श्लोक महला चौथा। तपा ना होवै अंदर हो, लोभी नित माया नो फिरै जजमालिया। अगो दे सदिया सते दी भिखिया ले नाही, पिछों दे पछताए कह आन तपै पुत विच बहालिया। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਾਡੇ ਵੱਡੇ ਭਾਗ ਨੇ ਜੋ ਸਤ ਸੰਗਤ ਵਿੱਚ ਜੁੜ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜੀਵਨ ਦੇ ਵਿੱਚ ਅਸੀਂ ਜਦੋਂ ਪ੍ਰਮਾਤਮਾ ਨਾਲ ਟੁੱਟ ਕੇ ਜੋ ਵੀ ਕਰਮ ਕਰਦੇ ਹਾਂ, ਉਹ ਕਰਮ ਸਾਡੇ ਲਈ ਬੰਧਨ ਬਣ ਜਾਂਦੇ ਨੇ। ਜੋ ਵੀ ਕਰਮ ਕਰਦੇ ਹਾਂ, ਸਤਿਗੁਰੂ ਜੀ ਦੀ ਬਾਣੀ ਕਹਿੰਦੀ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਵੀ ਔਗਣ ਅਸੀਂ ਕਰਦੇ ਹਾਂ, ਉਹ ਸਾਡੇ ਲਈ ਜੰਜੀਰਾਂ ਬਣ ਜਾਂਦੀਆਂ ਨੇ, ਬੰਧਨ ਬਣ ਜਾਂਦੀਆਂ ਨੇ। ਉਹਨਾਂ ਬੰਧਨਾਂ ਤੋਂ ਮੁਕਤ ਹੋਣ ਦਾ ਕੋਈ ਸਾਧਨ ਨਹੀਂ ਹੈ। ਕੋਈ ਕਹੇ ਕਿ ਕਿਸੇ ਥਾਂ 'ਤੇ ਨਹਾ ਕੇ ਮੁਕਤ ਹੋ ਜਾਵਾਂਗਾ, ਜਾਂ ਮੈਂ ਕੋਈ ਦਾਨ ਪੁੰਨ ਕਰਕੇ ਇਹਨਾਂ ਬੰਧਨਾਂ ਤੋਂ ਸੁਰਖਰੂ ਹੋ ਜਾਵਾਂਗਾ। ਗੁਰਬਾਣੀ ਕਹਿੰਦੀ ਇੱਕੋ ਇੱਕ ਥਾਂ ਹੈ, ਉਹ ਹੈ ਸਾਧ ਸੰਗਤ। ਅੱਜ ਤੋਂ ਕੱਤਕ ਦੇ ਮਹੀਨੇ ਦੀ ਆਰੰਭਤਾ ਹੋਈ ਹੈ। 12ਵਾਂ ਦੀ ਪਵਿੱਤਰ ਬਾਣੀ ਵਿੱਚ ਸਤਿਗੁਰੂ ਜੀ ਨੇ ਕਿੰਨੇ ਪਿਆਰੇ ਵਚਨ ਅੰਕਿਤ ਕੀਤੇ ਨੇ ਕਿ ਕੱਤਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਕੱਤਕ ਦਾ ਅਰਥ ਹੈ ਜ਼ਿੰਦਗੀ ਹੈ। ਕੱਤਕ ਕੋ 30 ਮਹੀਨਿਆਂ ਦੀ ਗੱਲ ਨਹੀਂ ਹੈ। ਐਸ ਜ਼ਿੰਦਗੀ ਰੂਪ ਕੱਤਕ ਦੇ ਮਹੀਨੇ 'ਚ ਜੋ ਅਸੀਂ ਕਰਮ ਕਰਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਕਰਮਾਂ 'ਚੋਂ ਰੋਗ ਪੈਦਾ ਹੁੰਦੇ ਨੇ, ਉਹਨਾਂ ਕਰਮਾਂ 'ਚੋਂ ਦੁੱਖ ਪੈਦਾ ਹੁੰਦੇ ਨੇ। ਜੋ ਦੁੱਖ ਪੈਦਾ ਹੁੰਦੇ ਨੇ ਉਹਦੇ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਅਸੀਂ ਜ਼ਿਆਦਾ ਕਹਿੰਦੇ ਕਿ ਉਹਦੇ ਕਰਕੇ ਅਸੀਂ ਦੁਖੀ ਹਾਂ, ਉਹਦੇ ਕਰਕੇ ਅਸੀਂ ਬਿਮਾਰ ਹਾਂ। ਗੁਰਬਾਣੀ ਕਹਿੰਦੀ ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਅਸੀਂ ਪ੍ਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਾਂ, ਬੇਮੁਖ ਹੋ ਕੇ ਜੋ ਕੁਝ ਅਸੀਂ ਕਰਦੇ ਹਾਂ, ਉਹ ਸਾਡੇ ਰੋਗਾਂ ਦਾ, ਉਹ ਸਾਡੇ ਦੁੱਖਾਂ ਦਾ ਕਾਰਨ ਬਣਦਾ ਹੈ। ਇਹ ਸਤਿਗੁਰੂ ਜੀ ਦਾ ਬਚਨ ਹੈ ਕਿ ਉਸ ਪ੍ਰਮਾਤਮਾ ਨਾਲ ਟੁੱਟ ਕੇ ਹੁੰਦਾ ਕੀ ਹੈ, ਜਨਮ ਜਨਮਾਂਤਰਾਂ ਦਾ ਇਹ ਰੋਗ ਜਿਹੜਾ ਸਾਨੂੰ ਲੱਗ ਜਾਂਦਾ ਹੈ। ਜਿਨ੍ਹਾਂ ਪਰਮਾਤਮਾ ਨਾਲ ਟੁੱਟ ਕੇ ਜਿਨ੍ਹਾਂ ਚੀਜ਼ਾਂ ਨਾਲ ਅਸੀਂ ਜੁੜਦੇ ਹਾਂ, ਜਿਨ੍ਹਾਂ ਪਦਾਰਥਾਂ ਨਾਲ ਅਸੀਂ ਜੁੜਦੇ ਹਾਂ, ਉਹ ਸਾਰੇ ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਤਨੇ ਇਹ ਮਾਇਆ ਦੇ ਰਸ ਕਸ ਨੇ, ਇੱਕ ਖਿਨਵੇਂ ਸਾਨੂੰ ਕੌੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਦੁੱਖਾਂ ਤੋਂ ਬਚਣ ਦੇ ਲਈ ਕੋਈ ਉਪਾਅ ਨਹੀਂ ਹੈ, ਵਿੱਚ ਨਾ ਕੋਈ ਕਰ ਸਕੈ, ਕਿਸ ਤੇ ਰੋਵੈਂ ਰੋਜ਼, ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਪਿਓਗ। ਜੇ ਕਿਤੇ ਮਨੁੱਖ ਦੇ ਭਾਗ ਜਾਗ ਪੈਣ, ਉਹਦੀ ਪਰਮਾਤਮਾ ਨਾਲ ਸਾਂਝ ਬਣ ਜਾਏ। ਹੁਣ ਪਰਮਾਤਮਾ ਨਾਲ ਸਾਂਝ ਬਣੇ ਕਿਵੇਂ? ਮਸਲਾ ਤਾਂ ਇਹ ਹੈ ਕਿ ਪਰਮਾਤਮਾ ਤੋਂ ਬਿਨਾਂ ਦੁੱਖਾਂ ਤੋਂ ਅਸੀਂ ਮੁਕਤ ਹੋ ਨਹੀਂ ਸਕਦੇ। ਸਾਡੇ ਦੁੱਖਾਂ ਦਾ ਕਾਰਨ ਇਹ ਕਿ ਅਸੀਂ ਪਰਮਾਤਮਾ ਨਾਲੋਂ ਟੁੱਟ ਕੇ ਕਰਮ ਕਰਦੇ ਹਾਂ। ਕਿ ਗੁਰੂ ਬਾਬਾ ਜੀ ਕਹਿੰਦੇ ਜੇ ਪਰਮਾਤਮਾ ਨਾਲ ਸਾਂਝ ਬਣ ਜਾਏ, ਇਹ ਸਭ ਦੁੱਖ ਦਲਿੱਦਰ ਮਿਟ ਸਕਦੇ ਨੇ। ਅਤੇ ਇਹ ਪਰਮਾਤਮਾ ਨਾਲ ਸਾਂਝ ਤਾਂ ਹੁੰਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਤਾਂ ਬਿਨ ਸਹਿ ਸਭੇ ਸੋਚ। ਜਿੱਥੇ ਅਰਦਾਸ ਕੀਤੀ ਕਿ ਵਾਹਿਗੁਰੂ ਜੀਓ ਤੁਸੀਂ ਹੀ ਬੰਧਨਾਂ ਤੋਂ ਮੁਕਤ ਕਰਨ ਵਾਲੇ ਹੋ। ਬੰਦੀ ਮੋਚ ਦਾ ਅਰਥ ਹੈ ਬੰਧਨਾਂ ਤੋਂ ਮੁਕਤ ਕਰਨ ਵਾਲਾ। ਹੁਣ ਜਿਹੜਾ ਆਪ ਸੁਤੰਤਰ ਹੋਏਗਾ ਉਹੀ ਦੂਜੇ ਦੇ ਬੰਧਨ ਕੱਟ ਸਕੇਗਾ, ਅਤੇ ਜਿਹੜਾ ਆਪ ਹੀ ਬੰਧਨਾਂ 'ਚ ਹੈ, ਮੇਰੇ ਵਰਗਾ ਆਪ ਮਾਇਆ ਦੇ ਬੰਧਨਾਂ 'ਚ ਜਕੜਿਆ ਹੋਇਆ, ਅਤੇ ਦੂਜਿਆਂ ਨੂੰ ਮਾਇਆ ਤੋਂ ਮੁਕਤ ਕਿੱਥੇ ਕਰੇਗਾ? ਉਹ ਦੂਜਿਆਂ ਦੇ ਬੰਧਨ ਕਿੱਥੇ ਕਰੇਗਾ? ਸੁਤੰਤਰ ਕੇਵਲ ਇੱਕ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਸਾਨੂੰ ਸੁਤੰਤਰ ਨਹੀਂ ਕਰ ਸਕਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਕਤਕ ਹੋਵੇ ਸਾਧ ਸੰਗ ਤਾਂ ਬਿਨ ਸਹਿ ਸਭੇ ਸੋਚ। ਜੇ ਕਿਤੇ ਜ਼ਿੰਦਗੀ ਦੇ ਅੰਦਰ ਸਾਨੂੰ ਸਤ ਸੰਗਤ ਮਿਲ ਜਾਏ, ਗੁਰੂ ਦੇ ਨਾਲ ਜੁੜਨ ਦਾ ਸਾਨੂੰ ਸੁਭਾਗ ਮਿਲ ਜਾਏ, ਗੁਰੂ ਰਾਹੀਂ ਸਾਡੀ ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤ ਬਣ ਜਾਏ, ਸਾਡੀ ਜ਼ਿੰਦਗੀ 'ਚੋਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ।
ਦੁੱਖ ਦਿਲਦਰ ਵੀ ਮਿਟ ਜਾਣਗੇ, ਇਹ ਵਿਛੋੜੇ ਦੀ ਗੱਲ ਖਤਮ ਹੋ ਜਾਏਗੀ। ਪਰ ਜੇ ਸਤਿਗੁਰੂ ਨਾਲ, ਸਤ ਸੰਗਤ ਨਾਲ ਸਾਡੀ ਸਾਂਝ ਬਣੇ, ਤੁਸੀਂ ਅਤੰਤ ਅਤਿਅੰਤ ਵਡਭਾਗੀ ਹੋ ਜੋ ਗੁਰੂ ਕੀ ਗੋਦ ਵਿੱਚ ਸਤ ਸੰਗਤ ਦਾ ਆਨੰਦ ਮਾਣ ਰਹੇ ਹੋ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਸੰਗਤ ਤੋਂ ਬਿਨਾਂ ਜੋ ਹੋਰ ਕੁਝ ਅਸੀਂ ਕਰਦੇ ਹਾਂ ਉਹ ਸਾਡੇ ਅੰਦਰ ਮੈਲ ਪੈਦਾ ਕਰਦਾ ਹੈ, ਔਗਣ ਪੈਦਾ ਕਰਦਾ ਹੈ। ਇਸ ਮੈਲ ਤੋਂ ਰਹਿਤ ਹੋਣ ਦੇ ਲਈ, ਦੁੱਖਾਂ ਤੋਂ ਰਹਿਤ ਹੋਣ ਦੇ ਲਈ ਇੱਕੋ ਇੱਕ ਥਾਂ ਹੈ ਸਤ ਸੰਗਤ। ਗੁਰੂ ਕੀ ਬਾਣੀ ਦਾ ਬਚਨ, ਜੋ ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ, ਮਰੇ ਨਾ ਆਵੇ ਜਾਈ ਹਰ ਹਰ ਨਾਮ ਧਿਆਈ। ਜੋ ਸਤ ਸੰਗਤ ਰੂਪ ਸਰੋਵਰ 'ਚ ਇਸ਼ਨਾਨ ਕਰਦਾ ਹੈ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ ਮਾਣਿਆ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਆਪ ਜੀ ਹਰ ਰੋਜ਼ ਕਥਾ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਜੀ ਗੋਇੰਦਵਾਲ ਸਾਹਿਬ ਜੀ ਵਿੱਚ ਬੈਠ ਕੇ ਜੀਵਨ ਦਾ ਉਧਾਰ ਕਰ ਰਹੇ ਸਨ। ਜਿੱਥੇ ਗੁਰੂ ਸਾਹਿਬ ਜੀ ਨੇ ਬੇਅੰਤ ਲੁਕਾਈ ਦਾ ਉਧਾਰ ਕੀਤਾ, ਪਰਉਪਕਾਰ ਕੀਤਾ, ਉੱਥੇ ਬਹੁਤ ਸਾਰੇ ਲੋਕ ਵੀ ਸਨ ਜਿਹੜੇ ਇਸ ਗੁਰਮਤਿ ਇਨਕਲਾਬ ਦੀ ਵਿਰੋਧਤਾ ਕਰਦੇ ਸਨ, ਜਿਹੜੇ ਦੁਨੀਆ ਵਿੱਚ ਸੱਚ ਦਾ ਪ੍ਰਗਾਸ ਹੋਣ ਨਹੀਂ ਦੇਣਾ ਚਾਹੁੰਦੇ। ਅੱਜ ਵੀ ਬੜੇ ਨੇ ਝੂਠ ਦੇ ਵਣਜਾਰੇ, ਝੂਠ ਦੇ ਵਪਾਰੀ, ਜਿਹੜੇ ਲੋਕਾਂ ਨੂੰ ਹਨੇਰੇ 'ਚ ਰੱਖ ਕੇ ਠੱਗਣਾ ਚਾਹੁੰਦੇ ਨੇ, ਲੁੱਟਣਾ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਦੁਨੀਆ ਦੇ ਅੰਦਰ ਕੋਈ ਗਿਆਨ ਦੀ ਗੱਲ ਹੋਵੇ। ਅਜਿਹੇ ਲੋਕਾਂ ਨੇ ਗੁਰਮਤਿ ਦੀ ਵਿਰੋਧਤਾ ਕੀਤੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਤਪਾ ਸੀ, ਜੋਗੀ ਸੀ, ਜਿਹੜਾ ਲਗਾਤਾਰ ਸਤਿਗੁਰੂ ਜੀ ਦੀ ਵਿਰੋਧਤਾ ਕਰਦਾ ਆਇਆ। ਔਰ ਗੁਰੂ ਸਾਹਿਬ ਜੀ ਮਹਾਰਾਜ ਨੂੰ ਮਾੜਾ ਕਹਿਣਾ, ਬੁਰਾ ਕਹਿਣਾ ਇਹਦਾ ਨਿੱਤ ਦਾ ਸੁਭਾਅ ਸੀ। ਅੰਤਰਜਾਮੀ ਸਤਿਗੁਰੂ ਜੀ ਨੇ ਜਿਸ ਵੇਲੇ ਬੌਲੀ ਸੰਪੂਰਨ ਕੀਤੀ, ਇਸੇ ਖੁਸ਼ੀ ਵਿੱਚ ਬਹੁਤ ਵੱਡਾ ਇਕੱਠ ਸੱਦਿਆ। ਲੰਗਰ ਤਾਂ ਹਰ ਰੋਜ਼ ਚੱਲਦੇ ਸਨ। ਸਤਿਗੁਰੂ ਜੀ ਨੇ ਵੱਡੇ ਪੱਧਰ ਤੇ ਲੰਗਰ ਦੀਆਂ ਤਿਆਰੀਆਂ ਕਰ ਦਿੱਤੀਆਂ। ਨੇੜੇ ਤੇੜੇ ਦੇ ਸਾਰੇ ਧਾਰਮਿਕ ਲੋਕਾਂ ਨੂੰ ਸਤਿਗੁਰੂ ਜੀ ਨੇ ਬੁਲਾਇਆ ਵੀ। ਇਹ ਤਪਾ ਆਇਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਖੰਡ ਜਿਹੜਾ ਉਧੇੜਨਾ ਚਾਹੁੰਦੇ ਸਨ। ਇਹਨੂੰ ਕਹਿਤਾ ਕਿ ਜਾ ਜੇ ਆਏਗਾ 1 ਰੁਪਈਆ ਮਿਲੇਗਾ, 2, 3, 4, ਆਖਰ 10 ਮੋਹਰਾਂ ਦਾ ਲਾਲਚ ਦਿੱਤਾ। ਤਪਾ ਰਹਿ ਨਾ ਸਕਿਆ। ਆਪ ਤਾਂ ਨਾ ਆਇਆ, ਆਪਣੇ ਮੁੰਡੇ ਨੂੰ ਇਸ ਨੇ ਚੋਰੀ ਕੰਧ ਟਪਾ ਕੇ ਅੰਦਰ ਭੇਜ ਦਿੱਤਾ। ਕੰਧ ਟੱਪਦਿਆਂ ਉਹ ਡਿੱਗ ਪਿਆ, ਉਹਦੀ ਲੱਤ ਟੁੱਟ ਗਈ। ਸਤਿਗੁਰੂ ਗੁਰੂ ਰਾਮਦਾਸ ਜੀ ਉਸ ਵੇਲੇ ਸੇਵਾ ਕਰਦੇ ਸਨ ਤੇ ਸੇਵਾ ਕਰਦਿਆਂ ਉਹਨਾਂ ਨੇ ਸਾਰੇ ਹਾਲਾਤ ਦੇਖੇ। ਸਤਿਗੁਰੂ ਜੀ ਨੇ ਘਟਨਾ ਗੁਰਬਾਣੀ ਚ ਅੰਕਿਤ ਕਰ ਦਿੱਤੀ। ਉਹ ਸ਼ਲੋਕ ਗੌੜੀ ਰਾਗ ਦੀ ਵਾਰ ਵਿੱਚ ਅੰਕਿਤ ਹੈ, ਜਿਸ ਦੇ ਪ੍ਰਥਮ ਬਚਨ ਭਾਈ ਸਾਹਿਬ ਜੀ ਸੁਣਾ ਰਹੇ ਸਨ। ਆਓ ਆਪਾਂ ਸੰਖੇਪ ਵਿੱਚ ਇਸ ਸ਼ਲੋਕ ਦੀ ਵਿਚਾਰ ਕਰੀਏ। ਗੁਰਬਾਣੀ ਵਿੱਚ ਇਤਿਹਾਸ ਹੈ। ਜਦ ਤੁਸੀਂ ਗੁਰਬਾਣੀ ਦੀ ਗੱਲ ਨਹੀਂ ਕਰੋਗੇ, ਬਹੁਤ ਸਾਰਾ ਆਪਣੇ ਮੁਲਕ ਦਾ ਇਤਿਹਾਸ ਹੀ ਤੁਹਾਨੂੰ ਭੁੱਲ ਜਾਏਗਾ। ਅੱਜ ਇਹ ਜਾਣਨਾ ਹੋਏ ਕਿ ਬਾਬਰ ਹਿੰਦੁਸਤਾਨ ਤੇ ਆਇਆ ਸੀ, ਉਹ ਤੇ ਪੜ੍ਹਾਇਆ ਹੀ ਨਹੀਂ ਜਾਂਦਾ ਇਤਿਹਾਸ ਦੇ ਵਿੱਚ। ਇਹ ਪਤਾ ਗੁਰਬਾਣੀ ਪੜ੍ਹ ਕੇ ਲੱਗੇਗਾ ਕਿ ਪਾਪ ਕੀ ਜੰਜ ਲੈ ਕਾਬਨ ਉਤਾਇਆ, ਜੋਰੀ ਮੰਗੈ ਦਾਨ ਮੇਲਾ ਲੋ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨ ਦੇਈ ਕਰਤੇ, ਜਮ ਕਰ ਮੁਗਲ ਚੜਾਇਆ। ਔਰ ਇਸ ਹਮਲੇ ਵਿੱਚ ਕੀ ਹਾਲਾਤ ਹੋਏ ਸਨ ਮਨੁੱਖਤਾ ਦੇ, ਉਸ ਵੇਲੇ ਦੇ ਰਾਜਨੀਤਿਕ ਲੋਕਾਂ ਦੇ, ਪ੍ਰਜਾ ਦੇ, ਉਹ ਸਾਰੀ ਗੱਲ ਸਤਿਗੁਰੂ ਜੀ ਨੇ ਬਖੂਬੀ ਅੰਕਿਤ ਕੀਤੀ ਹੈ। ਇਵੇਂ ਘਟਨਾਵਾਂ ਹੋਰ ਵੀ ਬਹੁਤ ਸਾਰੀਆਂ ਨੇ। ਇਹ ਘਟਨਾ ਜਿਵੇਂ ਸਤਿਗੁਰੂ ਜੀ ਅੰਕਿਤ ਕਰਦੇ ਨੇ, ਆਓ ਇਸ ਨੂੰ ਆਪਾਂ ਸੰਖੇਪ ਵਿੱਚ ਸਰਵਣ ਕਰੀਏ। ਗੁਰਚਰਨਾਂ ਦਾ ਧਿਆਨ ਧਰਦੇ ਹਾਂ, ਮਨ ਬਿਰਤੀਆਂ ਇਕਾਗਰ ਕਰਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ ਗੌੜੀ ਰਾਗ ਦੀ ਵਾਰ ਵਿੱਚ ਅੰਕਿਤ ਹੈ। ਤਪਾ ਨ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੋ ਫਿਰੈ ਜਜਮਾਲਿਆ। ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਅੰਦਰੋਂ ਲੋਭੀ ਹੋਵੇ ਤੇ ਅੰਦਰੋਂ ਕੋੜੀ ਹੋ, ਜਜਮਾਲਿਆ ਦਾ ਅਰਥ ਹੁੰਦਾ ਕੋੜੀ ਹੋਏ, ਜਿਹੜਾ ਮਾਇਆ ਦੀ ਖਾਤਰ ਹੀ ਤੁਰਿਆ ਫਿਰੇ, ਉਹ ਤਪਾ ਨਹੀਂ ਹੋ ਸਕਦਾ। ਉਹ ਬਾਹਰੋਂ ਧਾਰਮਿਕ ਹੋ ਹੀ ਨਹੀਂ ਸਕਦਾ। ਜਿਹਦੇ ਅੰਦਰ ਮਾਇਆ ਦਾ ਲਾਲਚ ਹੋਵੇ, ਅੰਦਰੋਂ ਉਹ ਕੋੜੀ ਹੋਵੇ, ਭਾਵ ਅੰਦਰ ਉਹਦੇ ਈਰਖਾ ਹੋਵੇ, ਉਹਨੂੰ ਤਪਾ ਨਹੀਂ ਆਖਿਆ ਜਾ ਸਕਦਾ। ਅਗੋਂ ਦੇ ਸਦਿਆ ਸਤੇ ਦੀ ਭਿਖਿਆ ਲੈ ਨਾਹੀ, ਪਿਛੋ ਦੇ ਪਛਤਾਏ ਕਹਿ, ਆਣ ਤਪੈ ਪੁੱਤ ਵਿੱਚ ਬਹਾਲਿਆ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਅੱਗੋਂ ਦੇ ਸੱਦਿਆਂ, ਜਦੋਂ ਪਹਿਲੀ ਉਹਨੂੰ ਸੱਦਾ ਭੇਜਿਆ ਸੀ ਆ ਜਾ, ਔਰ ਬੜੇ ਅਦਬ ਦੇ ਨਾਲ ਇਹਨੂੰ ਬੁਲਾਇਆ, ਇਹਨੂੰ ਦਸ਼ਨਾ ਵੀ ਦੇਣੀ ਸੀ ਜਿਵੇਂ ਧਾਰਮਿਕ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਲੇਕਿਨ ਇਹ ਆਇਆ ਨਹੀਂ। ਲੇਕਿਨ ਪਿੱਛੋਂ ਦੇ ਬਾਅਦ ਵਿੱਚ ਇਸ ਨੇ ਚੋਰੀ ਆਪਣੇ ਪੁੱਤਰ ਨੂੰ ਲਿਆ ਕੇ ਵਿੱਚ ਬਿਠਾ ਦਿੱਤਾ। ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿ ਰਹਿ ਗਾਲਿਆ। ਜਿਹੜੇ ਨਗਰ ਦੇ ਮੁਖੀ ਸਨ ਜਾਂ ਹੋਰ ਆਗੂ ਸਨ,
ਉਹਨਾਂ ਦੇਖਿਆ ਕਿ ਤਵਾ ਤੇ ਲੋਭੀ ਬੜਾ ਹੈ। ਇਸ ਕਰਕੇ ਉਹ ਇਹਦੇ ਇਸ ਲਾਲਚ ਨੂੰ, ਇਸ ਕੰਮ ਨੂੰ ਦੇਖ ਕੇ ਹੱਸਣ ਲੱਗ ਪਏ, ਮਖੌਲ ਕਰਨ ਲੱਗ ਪਏ। ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਭਿਟੈ ਨਾਹੀ, ਧਨ ਬਹੁਤੈ ਡਿਠੈ ਤਪੈ ਧਰਮ ਹਾਰਿਆ। ਦੁਨੀਆ ਕਹਿਣ ਲੱਗੀ ਦੇਖੋ ਜਿੱਥੇ ਤੇ ਕੋਈ ਬਹੁਤਾ ਲਾਲਚ ਨਹੀਂ ਹੈ ਉੱਥੇ ਤਪਾ ਨੇੜੇ ਨਹੀਂ ਲੱਗਦਾ, ਬੁਲਾਇਆ ਵੀ ਨਹੀਂ ਆਇਆ। ਲੇਕਿਨ ਬਹੁਤਾ ਧਨ ਦੇਖਿਆ ਤੇ ਤਪੇ ਨੂੰ ਆਪਣੀ ਤਪੱਸਿਆ ਹੀ ਭੁੱਲ ਗਈ, ਆਪਣਾ ਧਰਮ ਹੀ ਭੁੱਲ ਗਿਆ, ਆਪਣੇ ਸਾਰੀ ਗੱਲ ਭੁੱਲ ਕੇ ਇਹ ਫਿਰ ਮਾਇਆ ਦੀ ਖਾਤਰ ਇੱਥੇ ਆ ਵੜਿਆ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਬੈ ਸਾਧ ਜਨਾ ਵਿਚਾਰਿਆ। ਜਿਨੇ ਸਿਆਣੇ ਲੋਕ ਸਨ, ਆਗੂ ਲੋਕ ਸਨ, ਦਾਨੇ ਲੋਕ ਸਨ, ਉਹਨਾਂ ਨੇ ਬੈਠ ਕੇ ਇਹ ਗੱਲ ਨਿਰਣਾ ਕਰ ਲਿਆ, ਇਹ ਬੰਦਾ ਤਪਾ ਨਹੀਂ ਹੈ, ਇਹ ਤੇ ਲੋਭੀ ਹੈ, ਇਹ ਬਗਲਾ ਹੈ। ਬਗਲਾ ਦਾ ਅਰਥ ਹੈ ਕਿ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਬਗਲਾ ਬਾਹਰੋਂ ਦੇਖਣ ਨੂੰ ਬੜਾ ਚਿੱਟਾ ਹੁੰਦਾ ਹੈ। ਕਦੀ ਤੁਸੀਂ ਦੇਖੋ ਨਾ ਪਾਣੀ 'ਚ ਖੜਾ ਬਗਲਾ, ਇੱਕ ਲੱਤ ਦੇ ਭਾਰ ਖੜਾ ਹੁੰਦਾ ਹੈ। ਜਦੋਂ ਕਿਤੇ ਉਹਨੂੰ ਕੋਈ ਡੱਡੀ ਮੱਛੀ ਨਜ਼ਰ ਆਏ, ਫਟ ਉਹਨੂੰ ਝਪਟ ਲੈਂਦਾ ਹੈ, ਉਵੇਂ ਅੱਖਾਂ ਮੀਟ ਕੇ ਖੜਾ ਹੁੰਦਾ ਹੈ, ਲੱਗਦਾ ਜਿਵੇਂ ਸਮਾਧੀ ਲੱਗੀ ਹੈ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਕਿ ਸਿਆਣੇ ਲੋਕਾਂ ਨੇ ਵਿਚਾਰ ਕੀਤੇ ਤੇ ਬਗਲਾ ਹੈ, ਬਗਲੇ ਵਰਗੀ ਇਹਦੀ ਸਮਾਧੀ ਹੈ ਜਾਂ ਧਾਰਮਿਕ ਦਿਖਾਵਾ ਹੈ, ਇਹ ਤਪਾ ਨਹੀਂ ਹੈ। ਸਤਿਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤੀ ਵਿੱਚ ਹੋਵੇ, ਏਤ ਦੋਖੇ ਤਪਾ ਦੇ ਮਾਰਿਆ। ਇਹਦਾ ਇਹ ਸੁਭਾਵ ਹੈ ਕਿ ਸਤਿਪੁਰਖਾਂ ਦੀ ਤੇ ਨਿੰਦਾ ਹੀ ਕਰੀ ਜਾਂਦਾ ਹੈ। ਲਗਾਤਾਰ ਗੁਰੂ ਅਮਰਦਾਸ ਜੀ ਦੀ ਇਸ ਨੇ ਨਿੰਦਾ ਕੀਤੀ। ਸੰਸਾਰੀ ਲੋਕ ਜਿਹੜੇ ਉਹਨਾਂ ਦੀ ਇਹ ਖੁਸ਼ਾਮਦ ਕਰਦਾ, ਉਹਨਾਂ ਦੀ ਵਡਿਆਈ ਕਰਦਾ, ਇਸੇ ਦੁੱਖ ਕਰਕੇ, ਇਸ ਔਗਣ ਕਰਕੇ ਤਪੇ ਨੂੰ ਇਹ ਸਜ਼ਾ ਮਿਲੀ, ਉਹਦੇ ਪੁੱਤਰ ਨੂੰ ਇਹ ਸਜ਼ਾ ਮਿਲੀ ਹੈ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੈ ਨੂੰ ਫਲ ਲੱਗਾ। ਸਤਿਗੁਰੂ ਜੀ ਕਹਿੰਦੇ ਕਿ ਦੇਖੋ ਸਤਿਪੁਰਖਾਂ ਦੀ ਨਿੰਦਾ ਦਾ ਇਹ ਫਲ ਮਿਲਿਆ। ਨਿੰਦਾ ਕਿਸੇ ਦੀ ਵੀ ਚੰਗੀ ਨਹੀਂ ਹੈ। ਗੁਰਬਾਣੀ ਚ ਬਚਨ ਕਿਹਾ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਕਿਸੇ ਵੀ ਮਨੁੱਖ ਦੀ ਨਿੰਦਾ ਠੀਕ ਨਹੀਂ। ਨਿੰਦਾ ਦਾ ਅਰਥ ਕੀ ਹੁੰਦਾ ਹੈ ਕਿ ਕੋਈ ਬੰਦਾ ਚੰਗਾ ਹੈ, ਖਾਮਖਾਈ ਉਸ ਤੇ ਔਗਣ ਲਗਾਈ ਚਲੇ ਜਾਣੇ, ਦੋਸ਼ ਕੱਢੀ ਜਾਣੇ। ਫੁੱਲ ਨੂੰ ਕੰਡਾ ਕਹਿਣਾ ਇਹ ਨਿੰਦਿਆ ਹੈ, ਲੇਕਿਨ ਕੰਡਿਆਂ ਨੂੰ ਫੁੱਲ ਕਹੀ ਜਾਣਾ ਇਹ ਖੁਸ਼ਾਮਦ ਹੈ। ਦੋ ਹੀ ਤਰੀਕਿਆਂ ਦੇ ਵਿੱਚ ਜਿਉਂਦੇ ਨੇ, ਉਸਤਤ ਕਰੀ ਜਾਣੀ ਜਾਂ ਸੁਣਨੀ ਜਾਂ ਨਿੰਦਾ ਕਰੀ ਜਾਣੀ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਤਿਪੁਰਖਾਂ ਦੀ ਨਿੰਦਿਆ ਦਾ ਇਸ ਤਪੇ ਨੂੰ ਇਹ ਫਲ ਮਿਲ ਗਿਆ ਹੈ। ਸਭ ਗਿਆ ਤਪੇ ਕਾ ਘਾਲਿਆ। ਜੋ ਕੁਝ ਇਹਨੇ ਲੋਕਾਂ 'ਚ ਆਪਣਾ ਪ੍ਰਭਾਵ ਬਣਾਇਆ ਸੀ ਕਿ ਮੈਂ ਤਪਸਵੀ ਹਾਂ ਜਾਂ ਮੈਂ ਧਾਰਮਿਕ ਹਾਂ, ਜੋ ਲੋਕਾਂ 'ਚ ਇਸਨੇ ਆਪਣਾ ਪ੍ਰਭਾਵ ਪਾਇਆ ਸੀ ਨਾ, ਉਹ ਸਭ ਇੱਕ ਖਿੰਨ ਵਿੱਚ ਖਤਮ ਹੋ ਗਿਆ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ। ਜਦੋਂ ਇਹ ਲੋਕਾਂ 'ਚ ਬਹਿੰਦਾ ਤੇ ਇਹ ਦੱਸਦਾ ਕਿ ਮੈਂ ਤਪਾ ਹਾਂ, ਮੈਂ ਜੋਗੀ ਹਾਂ, ਧਾਰਮਿਕ ਹਾਂ। ਅੰਦਰ ਬਹਿ ਤਪਾ ਪਾਪ ਕਮਾਏ। ਲੇਕਿਨ ਇਹ ਅੰਦਰ ਵੜ ਕੇ ਤੇ ਚੁਗਲੀ ਨਿੰਦਾ ਹੀ ਕਰਦਾ ਰਹਿੰਦਾ, ਪਾਪ ਕਰਮ ਹੀ ਕਰਦਾ ਰਹਿੰਦਾ ਹੈ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾਲਿਆ। ਜੋ ਕੁਝ ਇਹ ਅੰਦਰ ਕਰਦਾ ਸੀ ਉਹ ਬਾਹਰ ਆ ਗਿਆ। ਇਹਦਾ ਜਿਹੜਾ ਖੋਟ ਸੀ ਉਹ ਲੋਕਾਂ ਦੇ ਸਾਹਮਣੇ, ਪੰਚਾਂ ਦੇ ਸਾਹਮਣੇ ਪ੍ਰਗਟ ਹੋ ਗਿਆ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਤੇ ਧਰਮ ਰਾਜੇ ਨੇ ਵੀ ਆਪਣੇ ਦੂਤਾਂ ਨੂੰ ਇਹ ਗੱਲ ਕਹੀ ਹੋਈ ਹੈ, ਇਸ ਤਪੈ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾ ਹਤਿਆਰਿਆ। ਇਹ ਜਿਹੜਾ ਤਪਾ, ਜੋ ਵੀ ਵਿਅਕਤੀ ਧਰਮ ਦੇ ਨਾਂ ਤੇ ਪਖੰਡ ਕਰੇਗਾ, ਗੱਲ ਇੱਥੇ ਇੱਕ ਤਪੇ ਦੀ ਨਹੀਂ ਹੈ। ਪਤਾ ਨਹੀਂ ਕਿੰਨੇ ਕੋ ਤਪੇ ਬੈਠੇ ਨੇ ਸਾਡੇ ਆਲੇ ਦੁਆਲੇ। ਬਾਹਰੋਂ ਧਾਰਮਿਕ ਨੇ ਜੀਓ ਮੈਲੇ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿਨੀ ਜਨਮ ਜੂਵੇ ਹਾਰਿਆ। ਅਜਿਹੇ ਹਰ ਉਸ ਪ੍ਰਾਣੀ ਲਈ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦਾ ਹੈ, ਅਡੰਬਰ ਕਰਦਾ ਹੈ, ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਉਹ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹਦੇ ਲਈ ਧਰਮਰਾਜ ਨੇ ਉਚੇਚੇ ਤੌਰ ਤੇ ਆਪਣੇ ਦੂਤਾਂ ਨੂੰ ਇਹ ਗੱਲ ਕਹੀ ਹੈ ਕਿ ਉੱਥੇ ਇਹਨੂੰ ਸੁੱਟਿਆ ਜਾਏ ਜਿੱਥੇ ਮਹਾ ਹਥਿਆਰਿਆ। ਭਾਵ ਇਹ ਕਿ ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰਦਾ ਹੈ ਉਹ ਮਹਾਨ ਹਥਿਆਰਾ ਗਿਣਿਆ ਜਾਂਦਾ ਹੈ, ਉਹਨੂੰ ਏਡੀ ਵੱਡੀ ਸਜ਼ਾ ਮਿਲਦੀ ਹੈ, ਏਡਾ ਵੱਡਾ ਉਹ ਦੋਖੀ ਗਿਣਿਆ ਜਾਂਦਾ ਹੈ। ਫਿਰ ਇਸ ਤਪੇ ਦੇ ਮੋਹੇ ਕੋਈ ਲੱਗੋ ਨਹੀਂ। ਫਿਰ ਇਸ ਤਪੇ ਦੇ ਮੂੰਹ ਕੋ ਲੱਗੋ ਹੀ ਨਾ, ਮੱਥੇ ਨਾ ਲੱਗੋ। ਇਹੋ ਜਿਹੇ ਬੰਦੇ ਨੂੰ ਕਦੀ ਧਾਰਮਿਕ ਨਾ ਸਮਝੋ। ਗੁਰੂ ਕੀ ਬਾਣੀ ਇਹ ਗੱਲ ਕਹਿੰਦੀ ਹੈ, ਜਿਹੜਾ ਬੰਦਾ ਮਖੱਟੂ ਹੋਏ ਕੇ ਕੰਨ ਪੜਾਏ, ਗੁਰਪੀਰ ਸਦਾਏ ਫਿਰ ਮੰਗਣ ਜਾਏ, ਤਾਂ ਕਿ ਮੂਲ ਨਾ ਲਗੀਏ ਪਾਏ। ਮਖੱਟੂ ਹੋ ਜਾਏ, ਨਕੰਮਾ, ਘਰ ਦੇ ਕੰਮਕਾਰ ਤੋਂ ਬਚਣ ਦੇ ਲਈ ਕੰਨ ਪੜਵਾ ਲਏ, ਘਰ ਮੰਗਣਾ ਸ਼ੁਰੂ ਕਰ ਦੇ, ਬਾਹਰ ਤੀਰਥਾਂ ਤੇ ਬੈਠ ਜਾਏ, ਰੋਟੀ ਮੰਗ ਕੇ ਖਾਏ। ਸਤਿਗੁਰੂ ਜੀ ਕਹਿੰਦੇ ਉਹਨੂੰ ਤੁਸੀਂ ਕਦੀ ਧਾਰਮਿਕ ਨਾ ਸਮਝ ਬੈਠੇ ਹੋ।
ਜਿਹੜਾ ਰੋਟੀ ਕਮਾਉਣ ਦੀ ਖਾਤਰ ਮੰਗ ਕੇ ਖਾਣ ਦੀ ਖਾਤਰ ਹੀ ਗਲ 'ਚ ਭੇਖ ਪਾ ਲੈਂਦਾ ਹੈ, ਉਹਨੂੰ ਧਾਰਮਿਕ ਨਾ ਸਮਝ ਲਿਓ। ਜਿਹੜਾ ਬੰਦਾ ਆਪਣੀ ਰੋਟੀ ਨਹੀਂ ਕਮਾ ਸਕਦਾ ਉਹ ਦੂਜੇ ਸਮਾਜ ਲਈ ਕੀ ਕਰੇਗਾ? ਉਹ ਤੇ ਸਮਾਜ ਤੇ ਭਾਰ ਬਣ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੋ ਜਿਹੇ ਬੰਦੇ ਨੂੰ ਕਦੀ ਕੋਈ ਧਾਰਮਿਕ ਨਾ ਸਮਝ ਬੈਠਿਓ, ਇਹਦੇ ਕੋ ਮੱਥੇ ਨਾ ਲੱਗਿਓ। ਇਹ ਸਤਿਗੁਰੂ ਹੈ ਫਟਕਾਰਿਆ। ਇਹ ਤਪਾ ਤੇ ਵੈਸੇ ਵੀ ਗੁਰੂ ਦਰ ਦਾ ਫਟਕਾਰਿਆ ਹੋਇਆ ਹੈ, ਗੁਰੂ ਕਾ ਨਿੰਦਕ ਹੈ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਿ ਇਹ ਪ੍ਰਮਾਤਮਾ ਦਾ ਕਾਨੂੰਨ ਹੈ ਜਿਹੜਾ ਤੁਹਾਨੂੰ ਮੈਂ ਸੁਣਾ ਦਿੱਤਾ ਹੈ ਕਿ ਜਿਹੜਾ ਕਿਸੇ ਦੀ ਨਿੰਦਾ ਕਰੇਗਾ, ਜਿਹੜਾ ਧਰਮ ਦੇ ਨਾਂ ਤੇ ਪਖੰਡ ਕਰੇਗਾ, ਜਿਹੜਾ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ, ਇਹ ਉਹਦੇ ਲਈ ਸਜ਼ਾ ਪ੍ਰਮਾਤਮਾ ਨੇ ਨਿਯਤ ਕੀਤੀ ਕਿ ਉਹਨੂੰ ਉੱਥੇ ਜਾ ਕੇ ਸੁੱਟਿਆ ਜਾਏ, ਉਸ ਕੋਠੜੀ ਅੰਦਰ ਜਿੱਥੇ ਮਹਾ ਹਥਿਆਰੇ ਆ, ਜਿੱਥੇ ਵੱਡੇ ਹਥਿਆਰੇ ਲੋਕਾਂ ਵਿੱਚ ਇਹ ਗਿਣਿਆ ਜਾਂਦਾ ਹੈ। ਇਹ ਪ੍ਰਮਾਤਮਾ ਦਾ ਨਿਯਮ ਤੁਹਾਨੂੰ ਸੁਣਾ ਦਿੱਤਾ ਹੈ। ਸੋ ਬੂਝੈ ਜੋ ਦਈ ਸਵਾਰਿਆ। ਦਈ ਦਾ ਅਰਥ ਇੱਥੇ ਪ੍ਰਮਾਤਮਾ ਹੈ। ਇਸ ਗੱਲ ਨੂੰ ਉਹ ਸਮਝੇਗਾ ਜਿਹਨੂੰ ਪ੍ਰਮਾਤਮਾ ਨੇ ਸਮਝ ਬਖਸ਼ੀ ਹੈ, ਆਮ ਬੰਦਾ ਨਹੀਂ ਸਮਝੇਗਾ। ਇਸ ਕਰਕੇ ਪ੍ਰਮਾਤਮਾ ਨੇ ਇਹ ਕਾਨੂੰਨ ਬਣਾਇਆ ਹੈ ਕਿ ਜਿਹੜੇ ਨਿੰਦਕ ਨੇ, ਜਿਹੜੇ ਪਖੰਡੀ ਨੇ, ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਭਰਮ ਭੁਲੇਖਿਆਂ 'ਚ ਪਾਉਂਦੇ ਨੇ, ਉਹ ਮਾਂ ਹਥਿਆਰਿਆਂ 'ਚ ਗਿਣੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਸੁੱਟਿਆ ਜਾਂਦਾ ਹੈ। ਸਤਿਗੁਰ ਦਿਆਲ ਦਇਆ ਕੇ ਰੂਪ ਬੈਠਤ ਪੰਕਤ ਵਿੱਚ ਅਨੂਪ। ਭਾਈ ਸੰਤੋਖ ਸਿੰਘ ਜੀ ਗੁਰੂ ਕੀ ਅਗਲੀ ਕਥਾ ਦੱਸਦੇ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਦਿਆਲੂ ਨੇ, ਦਇਆ ਦੇ ਘਰ ਨੇ, ਦਇਆ ਦੇ ਸਰੂਪ ਹਨ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਜਿਸ ਵੇਲੇ ਤਪੇ ਦਾ ਮੁੰਡਾ ਅੰਦਰ ਆਇਆ ਨਾ, ਡਿੱਗਿਆ, ਡਿੱਗਦਾ ਦੇਖ ਲਿਆ ਲੋਕਾਂ ਨੇ, ਤੇ ਸਤਿਗੁਰੂ ਜੀ ਵੀ ਬੈਠੇ ਸਨ। ਉਹਨਾਂ ਨੇ ਕੁਝ ਨਹੀਂ ਕਿਹਾ, ਬੈਠੇ ਰਹੇ ਆਰਾਮ ਦੇ ਨਾਲ। ਹਟ ਗਇਓ ਨਾਹੇ ਦਿਓ ਤਿਸ ਭੋਜਨ ਨਿੰਦਕ ਦਿਰਕਾਰਿਓ ਸਭ ਲੋਗਨ। ਸਤਿਗੁਰੂ ਜੀ ਨੇ ਉਹਨੂੰ ਰੋਕਿਆ ਨਹੀਂ, ਉਹਨੂੰ ਵੀ ਰੋਟੀ ਪਾਣੀ ਖਵਾਇਆ ਹੈ, ਪ੍ਰਸਾਦ ਪਾਣੀ ਛਕਾਇਆ ਹੈ। ਪਰ ਜਿਹੜੇ ਹੋਰ ਲੋਕੀ ਸਨ ਉਹਨਾਂ ਨੇ ਦੇਖਿਆ ਤੇ ਬੜਾ ਭਾਰੀ ਨਿੰਦਕ ਹੈ ਗੁਰੂ ਘਰ ਦਾ, ਔਰ ਲੋਕਾਂ ਦੀਆਂ ਨਜ਼ਰਾਂ ਤੋਂ ਉਹ ਡਿੱਗ ਪਿਆ। ਇਹ ਸਾਖੀ ਜੇ ਕੋ ਸੁਨੇ ਪੜੇ ਕਰੇ ਬਖਿਆਨ। ਕਵੀ ਜੀ ਕਹਿੰਦੇ ਐ ਸਾਖੀ ਜਿਹੜਾ ਸੁਣੇ ਤੇ ਸੁਣਾਏ। ਇਹ ਸਾਖੀ ਪੜਨ ਸੁਣਨ ਦਾ ਅਰਥ ਹੈ ਕਿ ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦੇ ਨੇ, ਜਿਹੜੇ ਬਾਹਰੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ, ਜਿਹੜੇ ਧਰਮ ਦੀ ਦੁਨੀਆ 'ਚ ਰਹਿ ਕੇ ਲੋਕਾਂ ਦੀ ਨਿੰਦਿਆ ਕਰਦੇ ਨੇ, ਲੋਕਾਂ ਨਾਲ ਈਰਖਾ ਕਰਦੇ ਨੇ। ਤੁਸੀਂ ਅੱਜ ਧਾਰਮਿਕ ਜਗਤ ਵਿੱਚ ਨਜ਼ਰ ਮਾਰੋ, ਆਮ ਜਿਹੜੇ ਵਪਾਰੀ ਲੋਕ ਨੇ, ਆਮ ਜਿਹੜੇ ਸੰਸਾਰੀ ਲੋਕ ਨੇ, ਉਹ ਤੇ ਹੋ ਸਕਦਾ ਇਕੱਠੇ ਹੋ ਕੇ ਬਹਿ ਜਾਣ। ਇੱਕ ਮੁਸਲਮਾਨ ਵਪਾਰੀ ਹੋਵੇ, ਇੱਕ ਹਿੰਦੂ ਵਪਾਰੀ ਹੋਵੇ, ਈਸਾਈ ਵਪਾਰੀ ਹੋਏ, ਉਹਨਾਂ ਦੀ ਸਾਂਝ ਬਣ ਜਾਂਦੀ ਹੈ ਕਿਉਂਕਿ ਵਪਾਰ ਦਾ ਕੰਮ ਹੈ ਉਹਨਾਂ ਦਾ। ਲੇਕਿਨ ਧਰਮ ਦੇ ਨਾਂ ਤੇ ਇਹਨਾਂ ਦੀ ਡੰਡੀ ਖੜਕਦੇ ਨੇ ਧਾਰਮਿਕ ਲੋਕਾਂ ਦੇ। ਉਹ ਮੁਸਲਮਾਨ ਦਾ ਧਰਮ ਹੈ, ਉਹ ਹਿੰਦੂ ਦਾ ਧਰਮ ਹੈ। ਜਦੋਂ ਕਿਤੇ ਲਾਲਚ ਆ ਜਾਏ ਨਾ ਕਿ ਇਹ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਬੰਦਾ ਹੋ ਜਾਏ ਬਿਮਾਰ, ਬੰਦੇ ਨੂੰ ਪੈ ਜੇ ਖੂਨ ਦੀ ਲੋੜ, ਤੇ ਫਿਰ ਨਹੀਂ ਕਹੇਗਾ ਕਿ ਇਹ ਖੂਨ ਕਿਹਦਾ, ਹਿੰਦੂ ਦਾ ਕਿ ਮੁਸਲਮਾਨ ਦਾ, ਫਿਰ ਕਹੇਗਾ ਦੇ ਦਿਓ, ਜਾਨ ਬਚਣੀ ਚਾਹੀਦੀ ਹੈ। ਬੰਦੇ ਨੂੰ ਅੱਖਾਂ ਦੀ ਲੋੜ ਪੈ ਜਾਏ, ਅੱਖਾਂ ਭਾਵੇਂ ਕਿਸੇ ਦੀਆਂ ਕਿਤੇੋਂ ਵੀ ਆ ਜਾਣ, ਉਹ ਗਰੀਬ ਹੈ, ਅਮੀਰ ਹੈ, ਹਿੰਦੂ ਹੈ, ਮੁਸਲਮਾਨ, ਕੋਈ ਵਾਸਤਾ ਨਹੀਂ, ਡਾਕਟਰ ਸਾਹਿਬ ਜਿਹੜਾ ਦਿੰਦਾ ਲੈ ਲਓ। ਕਿਡਨੀਆਂ ਦੀ ਲੋੜ ਹੈ, ਫਿਰ ਤੇ ਜਿੱਥੋਂ ਮਿਲ ਜਾਣ ਲੈ ਲਓ, ਮੁਸਲਮਾਨ ਹੋਏ ਕੋਈ ਫਰਕ ਨਹੀਂ ਹੈ। ਕਮਾਲ ਦੀ ਗੱਲ ਹੈ, ਜਦੋਂ ਧਰਮ ਦੀ ਗੱਲ ਹੁੰਦੀ ਫਿਰ ਵੰਡੀਆਂ ਪੈ ਜਾਂਦੀਆਂ ਨੇ। ਰੱਬ ਨੇ ਤੇ ਸਾਰੀ ਦੁਨੀਆ ਇੱਕੋ ਜਿਹੀ ਬਣਾਈ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਪਰਮਾਤਮਾ ਨੇ ਇੱਕੋ ਹੀ ਮਿੱਟੀ ਨੂੰ ਕਈ ਤਰੀਕਿਆਂ ਨਾਲ ਬਣਾਇਆ ਹੈ। ਕੋਈ ਗੋਰਾ ਹੈ, ਕੋਈ ਚਿੱਟਾ ਹੈ, ਕੋਈ ਕਾਲ ਹੈ, ਕੋਈ ਲਾਲ ਹੈ, ਕੋਈ ਪੀਲਾ ਹੈ। ਇਹ ਰੱਬ ਦੀ ਕੁਦਰਤ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਬੜੀ ਹੈਰਾਨੀ ਦੀ ਗੱਲ ਹੈ ਕਿ ਧਰਮ ਦੇ ਨਾਂ ਤੇ ਦੰਗੇ ਲੜਾਈਆਂ, ਦਰਅਸਲ ਇਹ ਧਰਮ ਦੀਆਂ ਲੜਾਈਆਂ ਨਹੀਂ ਹੈ, ਇਹ ਲੜਾਈਆਂ ਤੇ ਰਾਜਨੀਤਿਕ ਲੋਕਾਂ ਦੀਆਂ ਨੇ। ਰਾਜਨੀਤਿਕ ਲੋਕਾਂ ਨੂੰ ਇੱਕ ਹਥਿਆਰ ਕਾਬੂ ਆ ਗਿਆ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਇਆ ਜਾ ਸਕਦਾ ਹੈ, ਧਰਮ ਦੇ ਨਾਂ ਤੇ ਲੁੱਟਿਆ ਜਾ ਸਕਦਾ ਹੈ, ਧਰਮ ਦੇ ਨਾਂ ਤੇ ਠੱਗਿਆ ਜਾ ਸਕਦਾ ਹੈ। ਅਮਨ ਅਮਾਨ ਨਾਲ ਦੁਨੀਆ ਰਹਿੰਦੀ। ਆਪਾਂ ਦੇਖਦੇ ਹਾਂ ਆਪਣੇ ਸ਼ਹਿਰਾਂ ਦੇ ਵਿੱਚ ਹਰ ਥਾਂ ਤੇ ਕਿਸੇ ਨੂੰ ਇਹ ਹੀ ਨਹੀਂ ਹੁੰਦਾ ਕਿ ਹਿੰਦੂ ਦੀ ਦੁਕਾਨ ਹੈ, ਮੁਸਲਮਾਨ ਦੀ ਦੁਕਾਨ ਹੈ, ਸਿੱਖ ਦੀ ਦੁਕਾਨ ਹੈ, ਕੌਣ ਡਾਕਟਰ, ਕੋਈ ਫਰਕ ਨਹੀਂ ਪੈਂਦਾ। ਲੇਕਿਨ ਜਦੋਂ ਰਾਜਨੀਤਿਕ ਲੋਕ ਵਿੱਚ ਆ ਵੜਦੇ ਨੇ, ਉਦੋਂ ਹਿੰਦੂ ਮੁਸਲਮਾਨ ਦਾ ਮਸਲਾ ਖੜਾ ਹੋ ਜਾਂਦਾ ਹੈ, ਉਦੋਂ ਫਿਰ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਸਭ ਤੋਂ ਜ਼ਿਆਦਾ ਮਨੁੱਖਤਾ ਦਾ ਨੁਕਸਾਨ ਅਜਿਹੀ ਸੋਚ ਵਾਲੇ ਲੋਕਾਂ ਨੇ ਕੀਤਾ ਹੈ, ਜਿਹੜੇ ਗੱਦੀਆਂ ਦੀ ਖਾਤਰ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਉਂਦੇ ਨੇ, ਗੁੰਮਰਾਹ ਕਰਦੇ ਨੇ। ਔਰ ਇਹ ਵੀ ਇਹੋ ਜਿਹੇ ਹਥਿਆਰੇ ਨੇ, ਇਹਨਾਂ ਦੀ ਸਜ਼ਾ ਵੀ ਇਹੋ ਜਿਹੀ ਹੈ
ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਨਹੀਂ ਕਿਹਾ, ਲੋਕਾਂ ਨੇ ਕਿਹਾ ਇਹ ਨਿੰਦਕ ਹੈ, ਲੇਕਿਨ ਗੁਰੂ ਸਾਹਿਬ ਜੀ ਤੇ ਬੜੇ ਦਿਆਲੂ ਨੇ ਭਾਈ। ਇੱਥੇ ਕਵੀ ਜੀ ਦਾ ਕਹਿਣ ਤੋਂ ਭਾਵ ਜਿਹੜਾ ਇਹ ਘਟਨਾ ਸੁਣੇਗਾ ਕਿ ਜਿਹੜਾ ਪਖੰਡੀ ਹੈ ਜਾਂ ਜਿਹੜਾ ਧਰਮ ਦੇ ਨਾਂ ਤੇ ਅਡੰਬਰ ਕਰਦਾ ਹੈ ਭਾਈ, ਉਹਨੂੰ ਕੋਈ ਮਾਣ ਨਹੀਂ ਦਿੰਦਾ। ਇਹ ਘਟਨਾ ਸੁਣੋ ਤੇ ਲੋਕਾਂ ਨੂੰ ਸਮਝਾਓ, ਭਲਾ ਹੋਏਗਾ। ਤਿਸ ਕੇ ਨਿੰਦਕ ਨਾਸ਼ ਸਭ ਹੋਵਦ ਜਗ ਮੈਂ ਜਾਨ। ਉਹ ਬੰਦਾ ਵੀ ਜਿਹੜਾ ਹੈ ਨਾ, ਉਹ ਨਿੰਦਾ ਚੁਗਲੀ ਤੋਂ ਬਚ ਜਾਏਗਾ ਤੇ ਹੋਰਨਾਂ ਨੂੰ ਵੀ ਵਰਜੇਗਾ। ਸ਼੍ਰੀ ਸਤਿਗੁਰ ਤਾਰਨ ਤਰਨ ਦੀਨ ਬੰਦ ਗੁਣ ਖਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਾਰਨ ਤਰਨ, ਤਰਨ ਹੁੰਦਾ ਹੈ ਜਹਾਜ਼। ਲੋਕਾਂ ਨੂੰ ਇਸ ਭਵ ਸਾਗਰ ਤੋਂ ਤਾਰਨ ਦੇ ਲਈ ਜਹਾਜ਼ ਦੀ ਨਹੀਂ ਆਈ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਨਾ ਬੰਧੂ, ਦੀਨਾ ਬੰਧੂ ਦਾ ਅਰਥ ਹੁੰਦਾ ਗਰੀਬਾਂ ਦੇ ਰਿਸ਼ਤੇਦਾਰ, ਦੁਖੀਆਂ ਦੇ ਰਿਸ਼ਤੇਦਾਰ, ਜਿਨ੍ਹਾਂ ਦਾ ਕੋਈ ਮਦਦਗਾਰ ਨਹੀਂ ਹੈ, ਉਹਨਾਂ ਦਾ ਮਦਦਗਾਰ ਸਾਡਾ ਗੁਰੂ ਹੈ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਰਿਆਂ ਦੇ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਜੋ ਜੋ ਆਵੇ ਸ਼ਰਨ ਕੋ ਸੋ ਸੋ ਲੈ ਕਨਿਆਨ। ਕੋਈ ਵੀ ਵਿਅਕਤੀ ਜਿਹੜਾ ਗੁਰੂ ਕੀ ਸ਼ਰਨ ਚ ਆ ਗਿਆ, ਉਹਦੀ ਕਲਿਆਣ ਹੋ ਗਈ, ਉਹਦਾ ਪਾਰ ਉਤਾਰਾ ਹੋ ਗਿਆ। ਅਪਰ ਕਥਾ ਅਬ ਸੁਨੋ ਅਗਾਰੀ, ਕਵੀ- ਸ਼੍ਰੀ ਸਤਿਗੁਰ ਮਹਾਤਮ ਭਾਰੀ। ਕਵੀ ਜੀ ਕਹਿੰਦੇ ਇੱਕ ਹੋਰ ਗਾਥਾ ਤੁਹਾਨੂੰ ਸੁਣਾਉਂਦੇ ਆ ਕਿ ਦੇਖੋ ਗੁਰੂ ਦੀ ਕਿੰਨੀ ਵੱਡੀ ਵਡਿਆਈ ਹੈ। ਇਕ ਖਤਰੀ ਥੋ ਪ੍ਰੇਮਾ ਨਾਮ, ਮਾਤ ਪਿਤਾ ਨੇ ਭਰਾਤਾ ਧਾਮ। ਇੱਕ ਵਿਅਕਤੀ ਸੀ ਖੱਤਰੀਆਂ ਦੇ ਘਰਾਣੇ 'ਚ ਜਨਮਿਆ, ਜਿਹਦਾ ਨਾਮ ਸੀ ਪ੍ਰੇਮਾ। ਮਾਂ ਪਿਓ ਹੋਰ ਘਰ ਬਾਰੇ ਦਾ ਸਭ ਕੁਝ ਸੀ। ਕੁਸ਼ਟ ਸਰੀਰ ਵਿਖੇ ਰੁਜ ਭਇਓ, ਅਦਕ ਦਰੀ ਦਰੀ ਸੋ ਹੋਏ ਗਇਓ। ਇਹਦੇ ਸਰੀਰ ਤੇ ਕੋੜ ਆ ਗਿਆ, ਔਰ ਕੋੜ ਕਦੋਂ ਆਇਆ, ਉਹਦਾ ਕਾਰਨ ਕੀ ਹੈ, ਉਹ ਵੀ ਕਵੀ ਜੀ ਸ਼ਾਇਦ ਦੱਸਣਗੇ। ਜੇ ਨਹੀਂ ਤੇ ਉਹਦਾ ਇੱਕੋ ਇੱਕ ਕਾਰਨ ਹੈ ਕਿ ਆਪਣੇ ਕੀਤੇ ਹੋਏ ਕਰਮਾਂ ਕਰਕੇ, ਬੁਰੇ ਔਗਣ ਕਰਕੇ ਅਮੀਰ ਘਰ 'ਚ ਜਨਮਿਆ ਸੀ। ਸ਼ਰਾਬਾਂ ਪੀਣੀਆਂ, ਲੋਕਾਂ ਨੂੰ ਤੰਗ ਕਰਨਾ, ਧੀਆਂ ਭੈਣਾਂ ਨੂੰ ਤੰਗ ਕਰਨਾ, ਜ਼ਿਆਦਾਤਰ ਇਹੀ ਕੁਝ ਹੁੰਦਾ ਜਿਹੜੇ ਅਮੀਰਾਂ ਦੇ ਲਾਡਲੇ ਹੁੰਦੇ ਨੇ। ਉਹ ਲੋਕਾਂ ਤੇ ਜ਼ੁਲਮ ਕਰਦੇ ਨੇ, ਨਸ਼ੇ ਕਰਦੇ ਨੇ, ਮਨਮਰਜ਼ੀ ਕਰਦੇ ਨੇ। ਤੇ ਉਹਦੇ 'ਚੋਂ ਕੀ ਹੁੰਦਾ ਹੈ, ਵਿਆਪਨ ਸਭੇ ਰੋਗ। ਜਦੋਂ ਕਿਸੇ ਨੂੰ ਰੱਬ ਹੀ ਭੁੱਲ ਜਾਏ, ਰੱਬ ਨੇ ਸਾਨੂੰ ਸੋਨੇ ਵਰਗਾ ਸਰੀਰ ਦਿੱਤਾ ਬੜਾ ਪਿਆਰਾ, ਤੇ ਜਦੋਂ ਬੰਦੇ ਨੂੰ ਹੋਏ ਨਾ ਮਾਇਆ ਦਾ ਨਸ਼ਾ, ਫਿਰ ਉਹ ਰੱਬ ਨੂੰ ਨਹੀਂ ਚੇਤੇ ਕਰਦਾ ਕਿ ਨਾ ਮਾਇਆ ਬੜੀ ਹੈ, ਪੀ ਲਓ ਰੱਜ ਕੇ, ਖਾ ਲਓ ਨਸ਼ੇ, ਜੋ ਕੁਝ ਆਉਂਦਾ ਖਾਈ ਚਲੇ ਜਾਓ। ਉਹਦੇ 'ਚੋਂ ਆਪਣਾ ਵੱਡਪਣ ਸਮਝਦਾ, ਉਹਦੇ 'ਚ ਵਡਿਆਈ ਸਮਝਦੇ ਨੇ ਇਹੋ ਜਿਹੇ ਲੋਕ। ਔਗਣ ਕਰਨ ਨੂੰ ਸਗੋਂ ਵਡਿਆਈ ਸਮਝਦੇ, ਦਿਖਾ ਦਿਖਾ ਕੇ ਕਰਦੇ ਨੇ ਉਹ ਲੋਕ। ਤੁਸੀਂ ਦੇਖਿਆ ਕਈ ਸਿਗਰਟਾਂ ਹੀ ਫੂਕੀ ਚਲੇ ਜਾਣਗੇ, ਕਈ ਮਹਿੰਗੀਆਂ ਤੋਂ ਮਹਿੰਗੀਆਂ ਬੋਤਲਾਂ ਦਿਖਾ ਦਿਖਾ ਕੇ ਭੰਗੜੇ ਪਾਉਣਗੇ। ਉਸ ਆਪਣੀ ਵਡਿਆਈ ਸਮਝਦੇ ਨੇ, ਆਪਣੀ ਮੌਤ ਨੂੰ ਜੱਫਾ ਮਾਰ ਕੇ ਉਹ ਮਾਣ ਮਹਿਸੂਸ ਕਰਦੇ ਨੇ ਉਹ ਲੋਕ। ਇਹ ਕੋਈ ਵੀ ਨਸ਼ਾ ਤੁਸੀਂ ਪੀਓ, ਉਹਦੇ ਤੇ ਲਿਖਿਆ ਸਿਹਤ ਲਈ ਹਾਨੀਕਾਰਕ ਹੈ, ਹਰ ਨਸ਼ੇ ਤੇ ਲਿਖਿਆ ਹੋਇਆ। ਠੀਕ ਹੈ ਕਿ ਗੌਰਮੈਂਟ ਵੀ ਬੜੀ ਚਲਾਕ ਹੈ, ਬਰੀਕ ਅੱਖਰਾਂ 'ਚ ਲਿਖਿਆ ਕਿ ਹਰ ਕੋਈ ਪੜ੍ਹ ਹੀ ਨਾ ਲੇ। ਉਹ ਪੜਿਆ ਵੀ ਜਾਏ ਬੰਦਾ ਫਿਰ ਵੀ ਨਹੀਂ ਹਟਦਾ, ਫਿਰ ਵੀ ਜੱਫਾ ਮਾਰੀ ਚਲਿਆ ਜਾਂਦਾ ਹੈ ਮੌਤ ਨੂੰ। ਲੇਕਿਨ ਇਹੋ ਜਿਹੇ ਘਰ 'ਚ ਜਨਮ ਕੇ ਜਾਂ ਬਹੁਤ ਧਨ ਦੌਲਤ ਜਦੋਂ ਹੁੰਦੀ ਹੈ, ਪ੍ਰਮਾਤਮਾ ਭੁੱਲ ਜਾਂਦਾ ਹੈ। ਫਿਰ ਕੀ ਹੁੰਦਾ, ਵਿਆਪਨ ਸਭੇ ਰੋਗ, ਅਨੇਕ ਤਰ੍ਹਾਂ ਦੇ ਰੋਗ ਬੰਦੇ ਨੂੰ ਲੱਗਦੇ ਨੇ। ਇਹਨਾਂ 'ਚੋਂ ਅਸੀਂ ਇੱਕ ਪ੍ਰੇਮਾ ਕੀਤੇ ਹੋਏ ਕਰਮਾਂ ਕਰਕੇ ਇਹਨੂੰ ਕੋੜ ਪੈ ਗਿਆ ਸਰੀਰ ਤੇ। ਸਰੀਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਗਈ, ਸਾਰਾ ਸਰੀਰ ਜਿਹੜਾ ਸੀ ਜ਼ਖਮਾਂ ਨਾਲ ਭਰ ਗਿਆ। ਹਾਦ ਬਾਦ ਗਰ ਕੈ ਗਿਰ ਪਰੇ, ਕੋ ਨੈ ਨਿਕਟ ਹੋਣ ਦੇ ਖਰੇ। ਇੱਥੋਂ ਤੱਕ ਪਹੁੰਚ ਗਿਆ ਤਾਂ ਸਰੀਰ ਗਲਣਾ ਸ਼ੁਰੂ ਗਿਆ, ਹੱਥ ਪੈਰ ਗਲ ਗਲ ਕੇ ਡਿੱਗਣੇ ਸ਼ੁਰੂ ਹੋ ਗਏ। ਇਹਦੇ ਨੇੜੇ ਕੋਈ ਨਹੀਂ ਸੀ ਲੱਗਦਾ। ਇੱਕ ਦੁਨੀਆ ਦੀ ਰੀਤ ਹੈ, ਤੁਹਾਡੇ ਕੋਲ 4 ਪੈਸੇ ਨੇ, ਤੁਹਾਡੇ ਕੋਲ ਪ੍ਰਭਤਾ ਹੈ, ਰੁਤਬਾ ਹੈ, ਫਿਰ ਖਾਣ ਪੀਣ ਵਾਲੇ ਖਾ ਮਖਾਈ ਘੇਰਾ ਪਾਈ ਰੱਖਣਗੇ, ਬਦੋ ਬਦੀ ਰਿਸ਼ਤੇਦਾਰੀ ਕੱਢੀ ਜਾਣਗੇ, ਬਦੋ ਬਦੀ ਦੋਸਤੀਆਂ ਪਾਈ ਚਲੇ ਜਾਣਗੇ। ਪਰ ਜਦੋਂ ਪੁੱਠਾ ਗੇੜ ਲੱਗਦਾ ਨਾ, ਫਿਰ ਕੋਈ ਨੇੜੇ ਨਹੀਂ ਲੱਗਦਾ। ਕੋਈ ਫੋਨ ਵੀ ਨਹੀਂ ਚੁੱਕਦਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਵਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਫਿਰ ਕੋਈ ਨੇੜੇ ਨਹੀਂ ਲੱਗਦਾ। ਇਹਦੀ ਹਾਲਤ ਵੀ ਇਹੋ ਜਿਹੀ ਹੋ ਗਈ। ਹੋਰਨਾਂ ਦੇ ਨੇੜੇ ਕੀ ਲੱਗਣਾ ਸੀ, ਰਿਸ਼ਤੇਦਾਰ ਵੀ ਨੇੜੇ ਨਹੀਂ ਲੱਗਦੇ ਦੇ ਹੁਣ, ਕੋਈ ਇਹਦੇ ਨੇੜੇ ਨਹੀਂ ਲੱਗਦਾ। ਵੇਖ ਮੰਗਲ ਬਿਖਤ ਗਿਲਾਨ, ਮਾਖੀ ਵਰਿੰਦ ਸੰਗ ਨਿਤ ਠਾਨ। ਔਰ ਇਹਦੇ ਸਰੀਰ ਤੋਂ ਗਿਲਾਨੀ ਨਜ਼ਰ ਆਉਂਦੀ, ਬਦਬੂ ਆਉਂਦੀ ਹੈ, ਮੱਖੀਆਂ ਇਹਦੇ ਦੁਆਲੇ ਦੁਆਲੇ ਭਿੰਨਦੀਆਂ ਰਹਿੰਦੀਆਂ ਹਨ। ਗਲ ਮੈਂ ਬਾਂਧਿਓ ਮਾਟੀ ਬਾਸਨ, ਠਾਂਡੋ ਹੋਏ ਆਏ ਕੋ ਪਾਸਨਾ। ਇਹਦੇ ਗਲ ਵਿੱਚ ਇੱਕ ਮਿੱਟੀ ਦਾ ਭਾਂਡਾ ਕਿਸੇ ਨੇ ਪਾ ਦਿੱਤਾ। ਉਹ ਇਸ ਲਈ ਪਾ ਦਿੱਤਾ ਕਿ ਆਉਂਦਾ ਜਾਂਦਾ ਕੋਈ ਨਾ
ਇਹਦੇ ਵਿੱਚ ਖਾਣ ਪੀਣ ਲਈ ਕੋਈ ਚੀਜ਼ ਪਾ ਜਾਏ ਬਸ, ਇਹ ਖਾ ਪੀ ਕੇ 4 ਦਿਨ ਕੱਢ ਲਏ, ਨੇੜੇ ਕੋਈ ਨਹੀਂ ਸੀ ਆਉਂਦਾ। ਇਸ ਕਰਕੇ ਇਹੋ ਜੀ ਹਾਲਤ ਹੋ ਗਈ ਇਸ ਦੀ। ਬੈਠਿਓ ਕਿਸਰ ਕਿਸਰ ਕਰ ਚਾਲੇ, ਕਰ ਕੋ ਦਇਆ ਟੂਕ ਤੇ ਘਾਲੇ। ਤੁਰਿਆ ਇਹਦੇ ਕੋ ਜਾਂਦਾ ਨਹੀਂ ਸੀ। ਸਰੀਰ ਜਿਹੜਾ ਸੀ ਨਾ ਧਰਤੀ ਤੇ ਕਿਸਰ ਕਿਸਰ ਕੇ ਚੱਲਦਾ ਸੀ, ਰਿੜ ਰਿੜ ਕੇ ਚੱਲਦਾ ਸੀ। ਕੋਈ ਦਇਆ ਕਰ ਦਿੰਦਾ, ਥੋੜਾ ਬਹੁਤਾ ਇਹਨੂੰ ਖਾਣ ਪੀਣ ਲਈ ਦੇ ਜਾਂਦਾ, ਨਹੀਂ ਤੇ ਕਈ ਵਾਰੀ ਭੁੱਖੜ ਭਾਣਾ ਹੀ ਬੈਠਾ ਰਹਿੰਦਾ ਸੀ ਇਹ। ਇਸ ਵਿਦਿਆ ਬਨੋ ਸਮੋ ਬਿਤਾਵੇ, ਦਿਉਸ ਜਾਮਨੀ ਸੰਕਟ ਪਾਵੇ। ਇਸ ਤਰ੍ਹਾਂ ਇਹ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਦਿਨ ਰਾਤ ਇਹਦੇ ਸਰੀਰ ਤੇ ਕਸ਼ਟ, ਬੜੀ ਵੱਡੀ ਪੀੜਾ। ਸਰੀਰ ਤੇ ਪੀੜਾ ਹੈ ਹੀ ਹੈ, ਮਾਨਸਿਕ ਪੀੜਾ ਕਿੱਡੀ ਵੱਡੀ ਹੈ ਮਨੁੱਖ ਦੇ ਲਈ। ਜਦੋਂ ਮਨੁੱਖ ਦੇ ਨੇੜੇ ਹੀ ਕੋਈ ਨਾ ਲੱਗੇ, ਖਾਣ ਪੀਣ ਲਈ ਕੁਝ ਨਾ ਮਿਲੇ, ਕੋਈ ਆਸਰਾ ਦੇਣ ਵਾਲਾ ਨਾ ਹੋਵੇ। ਗੁਰੂ ਕੀ ਬਾਣੀ ਇਹ ਗੱਲ ਕਹਿੰਦੀ, ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਗ ਵੀ ਭੱਜ ਖਲੇ, ਭਜੇ ਸਭੋ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਲਗੇ ਨਾ ਤਤੀ ਵਾਓ। ਜਾਂ ਕੋ ਚਿੰਤਾ ਬਹੁਤ ਬਹੁਤ ਦੇਵੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਚਿੰਤਾ ਹੋਏ ਦੁੱਖ ਹੋਣ, ਅਨੇਕਾਂ ਗਮੀਆਂ ਹੋਣ, ਅਨੇਕਾਂ ਹੀ ਉਹਨੂੰ ਸੋਗ ਲੱਗੇ ਹੋਣ, ਕੋਈ ਨੇੜੇ ਨਾ ਲੱਗੇ। ਇਹੋ ਜਿਹੇ ਮੌਕੇ ਤੇ ਕਿਤੇ ਵਾਹਿਗੁਰੂ ਯਾਦ ਆ ਜਾਏ ਨਾ, ਪਰਮਾਤਮਾ। ਦਰਅਸਲ ਔਖੇ ਵੇਲੇ ਹੀ ਪਰਮਾਤਮਾ ਚੇਤੇ ਆਉਂਦਾ, ਸੁੱਖ ਵੇਲੇ ਤੇ ਕੋਈ ਭਾਗਾਂ ਵਾਲਾ ਹੀ ਯਾਦ ਕਰਦਾ। ਜਿਹੜਾ ਸੁੱਖਾਂ ਵੇਲੇ ਰੱਬ ਦਾ ਸ਼ੁਕਰਾਨਾ ਕਰਦਾ ਉਹਨੂੰ ਨਮਸਕਾਰ ਹੈ ਭਾਈ। ਚਾਹੀਦਾ ਤਾਂ ਇਹ ਹੈ ਕਿ ਰੱਬ ਨੇ ਤੰਦਰੁਸਤੀ ਦਿੱਤੀ ਹੈ, ਸਵੇਰੇ ਉੱਠਦਿਆਂ ਸਾਰ ਇੱਕ ਵਾਰੀ ਵਾਹਿਗੁਰੂ ਦਾ, ਪ੍ਰਭੂ ਦਾ ਧੰਨਵਾਦ ਕਰਿਆ ਕਰੀਏ ਕਿ ਪ੍ਰਮਾਤਮਾ ਇੱਕ ਹੋਰ ਦਿਨ ਸਾਨੂੰ ਜ਼ਿੰਦਗੀ ਦਾ ਤੁਸੀਂ ਦੇ ਦਿੱਤਾ, ਤੁਹਾਡਾ ਧੰਨਵਾਦ ਹੈ। ਕਈਆਂ ਨੂੰ ਤੇ ਉਹ ਮਿਲਦਾ ਹੀ ਨਹੀਂ ਹੈ। ਰਾਤੀ ਚੰਗੇ ਭਲੇ ਸੁੱਤੇ ਹੁੰਦੇ ਨੇ, ਸਵੇਰੇ ਉੱਠਦੇ ਹੀ ਨਹੀਂ। ਆਪਾਂ ਕਹਿੰਦੇ ਰਾਤੀ ਮਿਲਿਆ ਸੀ ਗੁਰਦੁਆਰੇ ਠੀਕ ਠਾਕ ਸੀ, ਕੱਲ ਸਾਨੂੰ ਮਿਲਿਆ ਠੀਕ ਠਾਕ ਸੀ, ਕੀ ਹੋ ਗਿਆ? ਕਹਿੰਦੇ ਜੀ ਸਵੇਰੇ ਉੱਠਿਆ ਹੀ ਨਹੀਂ। ਉਹ ਅਸੀਂ ਭਲੇ ਉੱਠ ਤੇ ਜਾਂਦੇ ਹਾਂ ਸਵੇਰੇ, ਜਦੋਂ ਉੱਠ ਕੇ ਇੱਕ ਵਾਰੀ ਧੰਨਵਾਦ ਕਰਿਆ ਕਰੋ ਪ੍ਰਮਾਤਮਾ ਦਾ ਕਿ ਵਾਹਿਗੁਰੂ ਇੱਕ ਹੋਰ ਦਿਨ ਸਾਨੂੰ ਸਾਡੀ ਜ਼ਿੰਦਗੀ ਦਾ ਦੇ ਦਿੱਤਾ, ਤੇਰਾ ਧੰਨਵਾਦ ਹੈ। ਇਸ ਕਰਕੇ ਜੇ ਅਸੀਂ ਉੱਠਦੇ ਹਾਂ ਸਾਰ ਧੰਨਵਾਦ ਕਰਾਂਗੇ, ਸਾਡਾ ਸਾਰਾ ਦਿਨ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਏਗਾ। ਰੋਟੀ ਖਾਣ ਲੱਗਿਆਂ ਉਹਦਾ ਧੰਨਵਾਦ ਕਰ ਦਿਆ ਕਰੀਏ, ਘਰ ਵੰਡ ਲੱਗਿਆਂ ਉਹਦਾ ਧੰਨਵਾਦ ਕਰ ਦਿਆ ਕਰੀਏ, ਕਾਰੋਬਾਰ ਤੇ ਜਾਣ ਲੱਗਿਆਂ ਉਹਦਾ ਧੰਨਵਾਦ ਕਰਿਆ ਕਰੀਏ। ਵਾਹਿਗੁਰੂ ਜੀ ਇੰਨੇ ਸੋਹਣੇ ਸੋਹਣੇ ਕੰਮ ਸਾਨੂੰ ਤੁਸੀਂ ਦਿੱਤੇ ਨੇ, ਇੰਨੀ ਸਾਨੂੰ ਵਡਿਆਈ ਤੁਸੀਂ ਦਿੱਤੀ ਸੋਹਣੇ ਕੰਮ ਕਾਰ ਕਰਨ ਦੀ। ਪਰ ਬੰਦਾ ਤੇ ਹੰਕਾਰ ਹੀ ਕਰੀ ਚਲਿਆ ਜਾਂਦਾ, ਕੰਮ ਮੇਰਾ ਹੈ, ਘਰ ਮੇਰਾ ਹੈ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ ਕੁਝ ਵੀ ਨਹੀਂ ਹੈ। ਐਵੇਂ ਹੀ ਹਵਾ 'ਚ ਤਲਵਾਰਾਂ ਮਾਰੀ ਚਲਿਆ ਜਾਂਦਾ। ਜੇ ਹੋਏ ਤੇ ਜਾਣ ਲੱਗਿਆ ਨਾਲ ਨਾ ਜਾਏ। ਅੱਜ ਤੱਕ ਕਦੀ ਕਿਸੇ ਦਾ ਪਰਿਵਾਰ ਨਾਲ ਨਹੀਂ ਗਿਆ, ਅੱਜ ਤੱਕ ਕਦੀ ਕਿਸੇ ਦਾ ਘਰ ਨਾਲ ਨਹੀਂ ਗਿਆ, ਅੱਜ ਤੱਕ ਕਦੀ ਕਿਸੇ ਦੀ ਕੋਈ ਗੱਦੀ ਰਾਜ ਗੱਦੀ ਨਾਲ ਨਹੀਂ ਗਈ। ਸਭ ਕੁਝ ਇੱਥੇ ਹੀ ਰਹਿ ਜਾਂਦਾ, ਸਰੀਰ ਵੀ ਇੱਥੇ ਰਹਿ ਜਾਂਦਾ। ਮਨੁੱਖ ਤੇ ਐਵੇਂ ਜਿੱਦਾਂ ਸੁੱਤਾ ਪਿਆ ਬੜਾਉਂਦਾ ਨਹੀਂ ਹੁੰਦਾ ਬੰਦਾ, ਸੁਪਨੇ ਦੇ ਵਿੱਚ, ਸੁਪਨੇ 'ਚ ਹੀ ਕਹੀ ਜਾਂਦੇ ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਇਹ ਜੀਆ ਜੰਤ ਮੇਰੀ ਹੈ, ਕੁਝ ਵੀ ਕੁਝ ਨਹੀਂ ਆਪਣਾ ਨਹੀਂ ਹੈ। ਗੁਰਬਾਣੀ ਕਹਿੰਦੀ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ, ਸੰਗ ਨਾ ਹੋਇਆ ਮੂਰਖਾ ਤੂੰ ਕਹਿੰਦਾ ਘਰ ਮੇਰਾ, ਪਰਿਵਾਰ ਮੇਰਾ, ਕਾਰੋਬਾਰ ਮੇਰਾ, ਤੇਰਾ ਤੇ ਸਰੀਰ ਵੀ ਤੇਰਾ ਨਹੀਂ ਹੈ। ਉਹ ਵੀ ਜਾਣ ਲੱਗਿਆ ਛੱਡ ਜਾਣਾ। 4 ਬੰਦਿਆਂ ਨੇ ਚੁੱਕਿਆ, ਅੱਜ ਕੱਲ੍ਹ ਬੰਦੇ ਵੀ ਨਹੀਂ ਚੁੱਕਦੇ, ਗੱਡੀ ਤੇ ਲੱਦ ਕੇ ਲੈ ਜਾਂਦੇ ਨੇ, ਸੌਖਾ ਕੰਮ ਹੋ ਗਿਆ ਹੁਣ, ਬੰਦੇ ਵੀ ਨਹੀਂ ਚੁੱਕਦੇ, ਗੱਡੀ ਤੇ ਚੁੱਕ ਕੇ ਲੈ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਏਡੀ ਅਗਿਆਨਤਾ ਭਰੀ ਪਈ ਮਨੁੱਖ ਦੇ ਵਿੱਚ, ਇਹਦੇ ਹਾਲਾਤ ਇਹ ਬਣ ਗਏ ਦਿਨ ਰਾਤ ਦੁੱਖਾਂ ਵਿੱਚ ਬਤੀਤ ਕਰਦਾ, ਕੋਈ ਇਹਦੇ ਨੇੜੇ ਨਹੀਂ ਲੱਗਦਾ। ਜਿਸ ਟਿਕ ਹੋਏ ਤਿਰਸਕਾਰੇ ਸੋਏ, ਦੇਖਣ ਵੀ ਨਾ ਕਰੇ ਤਿਸ ਕੋਏ। ਜੇ ਕਿਤੇ ਇਹ ਦੁਖੀ ਹੋ ਕੇ ਜੀ ਭਿਆਣਾ ਕਿਸੇ ਦੇ ਨੇੜੇ ਲੱਗਣ ਦਾ ਯਤਨ ਕਰਦਾ ਨਾ, ਕਿਸਰ ਕਿਸਰ ਕੇ, ਤੇ ਉਹਨੂੰ ਦੂਰੋਂ ਹਟਕ ਦਿੰਦਾ, ਹਟ ਜਾ ਪਿੱਛੇ, ਤੇਰੇ ਕੋਲੋਂ ਤੇ ਬੜੀ ਬਦਬੂ ਆ ਰਹੀ ਹੈ, ਗੰਦੀ ਤੇਰੇ ਕੋਲ ਬੂ ਆ ਰਹੀ ਹੈ। ਤਿੰਨ ਗੁਰ ਮਹਿਮਾ ਸੁਨੀ ਕਨੇਰੀ, ਜਨਮ ਰੰਗ ਜਿਮ ਸੁਰ ਤਰ ਕੇਰੀ। ਕਿਉਂਕਿ ਜਿੱਥੇ ਇਹ ਬੈਠਾ ਸੀ ਸੜਕ ਦੇ ਕੰਢੇ ਤੇ ਇਹ ਬੈਠਾ, ਆਉਂਦੇ ਜਾਂਦੇ ਰਾਹੀ ਇਹਨੂੰ ਕੁਝ ਖਾਣ ਪੀਣ ਲਈ ਦੇ ਜਾਂਦੇ ਨੇ। ਔਰ ਇਸ ਰਸਤੇ ਥਾਣੀ ਗੁਰੂ ਕੀਆਂ ਸੰਗਤਾਂ ਵੀ ਗੁਜ਼ਰਦੀਆਂ ਸਨ। ਹੁਣ ਸੰਗਤਾਂ ਦੇ ਮਨ 'ਚ ਦਇਆ ਸੀ, ਜ਼ਿਆਦਾਤਰ ਸਿੱਖ ਸੰਗਤਾਂ ਆਉਂਦੇ ਜਾਂਦੇ ਨੂੰ ਰੋਟੀ ਪਾਣੀ ਦੇ ਦਿੰਦੀਆਂ ਸਨ, ਤੇ ਉਹਨਾਂ ਦੇ ਮੁਖ ਤੋਂ ਇਹਨੇ ਗੁਰੂ ਕੀ ਮਹਿਮਾ ਸੁਣੀ। ਇਹ ਦੱਸਦੇ ਨੇ ਕਿ ਅਸੀਂ ਸਤਿਗੁਰੂ ਜੀ ਦੇ ਦੀਦਾਰ ਕਰਕੇ ਆਏ ਹਾਂ। ਸਤਿਗੁਰੂ ਜੀ ਬੜੇ ਦਿਆਲੂ ਨੇ, ਗਰੀਬ ਨਵਾਜ ਨੇ, ਪਤਿਤ ਪਾਵਨ ਨੇ, ਭਗਤ ਵਛਲ ਨੇ।
ਇਵੇਂ ਇਹਨੇ ਸਿੱਖਾਂ ਦੇ ਮੂੰਹ ਤੋਂ ਗੁਰੂ ਕੀ ਮਹਿਮਾ ਸਰਵਣ ਕੀਤੀ। ਸੁਨ ਸੁਨ ਜਸ ਕੋ ਹੁਲਸੈ ਮਨ ਮੈਂ, ਕਿਰਪਨ ਮਹਾਜਿਮ ਆਮਦ ਧਨ ਮੈਂ। ਜਿਵੇਂ ਜਿਵੇਂ ਲੋਕਾਂ ਪਾਸੋਂ ਸੁਣਦਾ ਹੈ ਨਾ, ਸਤਿਗੁਰੂ ਜੀ ਦੇ ਬਾਰੇ ਹੋਰ ਜਾਣਨ ਦੀ ਜਿਗਿਆਸਾ ਪੈਦਾ ਹੁੰਦੀ ਹੈ। ਲੋਕਾਂ ਪਾਸੋਂ ਹੋਰ ਸੁਣਦਾ ਤੇ ਇਹਦੇ ਮਨ 'ਚ ਵੀ ਨਾ ਚਾਹ ਜਾਗਦਾ ਹੈ, ਕੁਝ ਨਾ ਕੁਝ ਆਸ ਜਾਗਦੀ ਹੈ ਕਿ ਅਜਿਹੇ ਸਤਿਗੁਰੂ ਜੀ ਕੋਲ ਮੈਂ ਜਾਵਾਂ ਤੇ ਮੇਰੇ ਤੇ ਵੀ ਤੇ ਬਖਸ਼ਿਸ਼ ਹੋ ਸਕਦੀ ਹੈ ਨਾ, ਕਿਰਪਾ ਹੋ ਸਕਦੀ ਹੈ। ਵਧਿਓ ਪ੍ਰੇਮ ਔਰ ਗਾਵਤ ਗੀਤ, ਧਰੈ ਧਿਆਨ ਠਹਿਰਾਵੇ ਚੀਤ। ਇਹਦੇ ਮਨ 'ਚ ਵੀ ਪਿਆਰ ਪੈਦਾ ਹੋ ਗਿਆ ਤੇ ਪਿਆਰ ਵਿੱਚ ਗੁਰੂ ਸਾਹਿਬ ਜੀ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਇਸਨੇ। ਉਧਰ ਗੁਰੂ ਸਾਹਿਬ ਜੀ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ। ਉਮਗੇ ਪ੍ਰੇਮ ਪੁਕਾਰੇ ਉੱਚੋ, ਸੁਨ ਸੁਨ ਆਵੇ ਊਚ ਰੋ ਨੀਚੋ। ਇਹਦੇ ਮਨ 'ਚ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਲਈ ਪਿਆਰ ਜਦੋਂ ਪੈਦਾ ਹੁੰਦਾ ਹੈ ਨਾ, ਬੜੀ ਜ਼ੋਰ ਜ਼ੋਰ ਦੀ ਇਹ ਰੌਲਾ ਪਾਉਂਦਾ ਹੈ ਔਰ ਇਹਦੇ ਅੰਦਰ ਹੋਰ ਚਾਹ ਜਾਗਦਾ ਹੈ। ਮਨ ਕੀ ਯੁਕਤੀ ਕਰੇ ਉਚਾਰ, ਪ੍ਰੇਮ ਮਗਨ ਕੋ ਲੈ ਨ ਸਾਰ। ਅੱਜ ਦੇ ਮਨੋਵਿਗਿਆਨਕਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਸਰੀਰ ਤੇ ਰੋਗਾਂ ਦਾ ਕਾਰਨ, ਦੁੱਖਾਂ ਦਾ ਕਾਰਨ ਸਾਡੇ ਮਨੋ ਰੋਗ ਨੇ। ਰੋਗ ਦੀ ਆਰੰਭਤਾ ਪਹਿਲਾਂ ਮਨ ਤੋਂ ਸ਼ੁਰੂ ਹੁੰਦੀ ਹੈ। ਮਨ ਦੇ ਵਿੱਚ ਕੋਈ ਭੈੜਾ ਖਿਆਲ ਪੈਦਾ ਹੁੰਦਾ ਹੈ, ਅਸੀਂ ਫਿਰ ਭੈੜੇ ਕੰਮ ਕਰਦੇ ਹਾਂ, ਭੈੜੀਆਂ ਚੀਜ਼ਾਂ ਖਾਂਦੇ ਹਾਂ, ਭੈੜੇ ਕਰਮ ਕਰਦੇ ਹਾਂ। ਬਸ ਉਹ ਜੋ ਕੁਝ ਸੋਚਦੇ ਹਾਂ, ਜੋ ਕੁਝ ਕਰਦੇ ਹਾਂ, ਉਹਦੇ ਤੋਂ ਸਾਡੇ ਸਰੀਰ ਵਿੱਚ ਰੋਗ ਪੈਦਾ ਹੁੰਦੇ ਨੇ। ਜੇ ਸਾਡਾ ਮਨ ਤੰਦਰੁਸਤ ਹੋ ਜਾਏ ਫਿਰ ਸਾਡਾ ਸਰੀਰ ਵੀ ਤੰਦਰੁਸਤ ਹੋ ਜਾਏਗਾ। ਪਹਿਲਾਂ ਮਨ ਰੋਗੀ ਹੁੰਦਾ ਹੈ। ਜਿਵੇਂ ਕੋਈ ਦਰਖਤ ਦਾ ਬੀਜ ਪਹਿਲਾਂ ਧਰਤੀ ਸੁੱਟਦੇ ਹਾਂ, ਧਰਤੀ 'ਚ ਉਗਦਾ ਹੈ, ਬਾਹਰ ਤੇ ਉਹ ਬਾਅਦ ਵਿੱਚ ਪੈਦਾ ਹੁੰਦਾ ਹੈ, ਪਹਿਲਾਂ ਧਰਤੀ 'ਚ ਪੈਦਾ ਹੁੰਦਾ ਹੈ। ਇਵੇਂ ਰੋਗ ਪਹਿਲਾਂ ਸਾਡੇ ਮਨ 'ਚ ਪੈਦਾ ਹੁੰਦਾ ਹੈ। ਹੁਣ ਇਹਦੇ ਮਨ 'ਚ ਪਹਿਲਾਂ ਬੁਰੇ ਖਿਆਲ ਸਨ, ਹੰਕਾਰੀ ਸੀ, ਵਿਕਾਰੀ ਸੀ, ਸਰੀਰ ਤੇ ਰੋਗ ਆ ਗਿਆ। ਹੁਣ ਇਹ ਗੁਰੂ ਕੀ ਉਸਤਤ ਸੁਣਦਾ ਹੈ, ਮਨ ਕਰਕੇ ਗੁਰੂ ਕੀ ਕੀਰਤੀ ਕਰਨ ਲੱਗ ਪਿਆ। ਰੱਬ ਵਾਲੇ ਬੰਨੇ ਇਹਦਾ ਧਿਆਨ ਲੱਗਣਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਰੱਬ ਵਾਲੇ ਬੰਨੇ ਧਿਆਨ ਲੱਗਿਆ, ਇਹਦੇ ਅੰਦਰ ਉਤਸ਼ਾਹ ਜਾਗਦਾ ਹੈ, ਚਾਹ ਜਾਗਦਾ ਹੈ। ਜਿਉਂ-ਜਿਉਂ ਚਾਹ ਜਾਗਦਾ ਹੈ ਨਾ, ਇਹਦੇ 'ਚ ਹੌਸਲਾ ਤੇ ਬਲ ਪੈਦਾ ਹੁੰਦਾ ਜਾਂਦਾ ਹੈ। ਰਾਗ ਕਬਿਤ ਨਾ ਬਾਣੀ ਜਾਣੈ, ਬਿਨ ਜਾਣੇ ਹੀ ਬਦਨ ਬਖਾਨੈ। ਕੋਈ ਇਹਨੂੰ ਕਵਿਤਾ ਨਹੀਂ ਆਉਂਦੀ, ਕੋਈ ਇਹਨੂੰ ਰਾਗ ਨਹੀਂ ਹੁੰਦਾ, ਕੋਈ ਇਹਨੂੰ ਬਾਣੀ ਨਹੀਂ ਆਉਂਦੀ। ਲੇਕਿਨ ਜੋ ਮੂੰਹ 'ਚ ਆਉਂਦਾ ਹੈ ਨਾ, ਇਹ ਐਵੇਂ ਗਾਈ ਚਲਿਆ ਜਾਂਦਾ ਹੈ, ਆਵਾਜ਼ਾਂ ਕੱਢੀ ਜਾਂਦਾ ਹੈ ਬੜੇ ਚਾਅ ਦੇ ਨਾਲ ਆਪਣੇ ਮੁਖ ਤੋਂ। ਕਹਿ ਦ੍ਰਿਸ਼ਟਾਂਤ ਬਾਗ ਕੁਛ ਕਸ਼ ਮੋਟਾ, ਮੁਝ ਅਬ ਲੱਦਾ ਗਿਓ ਕਛੋਟਾ। ਜੋ ਕੁਝ ਇਹ ਕਹਿੰਦਾ ਹੈ ਨਾ, ਉਹ ਬੜੇ ਮੋਟੇ ਜਿਹੇ ਲਫ਼ਜ਼ ਨੇ। ਉਹ ਲਫ਼ਜ਼ ਇਹ ਸੀ, ਮੁਝ ਅਬ ਲੱਦਾ ਗਿਆ ਕਛੋਟਾ। ਕਹਿਣ ਲੱਗਾ ਕਿ ਦੁਨੀਆ ਦੇ ਲੋਕੋ, ਮੇਰਾ ਗਵਾਚਾ ਹੋਇਆ ਕਛੋਟਾ ਮੈਨੂੰ ਲੱਭਿਆ ਹੈ, ਵਸਤੂ ਮੈਨੂੰ ਲੱਭੀ ਹੈ। ਸੁਨੋ ਜਹਾਨਾ ਕਹੋ ਵਡੇਰ, ਕਿਆ ਕਛੋਟਾ ਲੱਦਾ ਫੇਰ। ਔਰ ਕਹਿੰਦਾ, ਸੁਨੋ ਜਹਾਨ ਦੇ ਲੋਗੋ, ਦੁਨੀਆ ਦੇ ਲੋਗੋ, ਮੈਂ ਤੁਹਾਨੂੰ ਫੇਰ ਦੱਸਦਾ ਹਾਂ, ਗਿਆ ਕਛੋਟਾ ਲੱਦਾ ਫੇਰ। ਜੋ ਮੇਰੀ ਵਸਤੂ ਚਲੀ ਗਈ ਸੀ ਨਾ, ਮੈਨੂੰ ਲੱਭ ਪਈ ਹੈ, ਉਹ ਦਾਤ ਮੈਨੂੰ ਮਿਲ ਗਈ ਹੈ। ਜਬ ਕਾ ਪ੍ਰੇਮ ਹਿਰਦੈ ਦਕਾਵੇ, ਗਿਆ ਕਛੋਟਾ ਲੱਦਾ ਗਾਵੇ। ਔਰ ਇਹ ਗੱਲ ਜਿਹੜੀ ਹੈ ਨਾ, ਗਿਆ ਕਛੋਟਾ ਲੱਦਾ ਵਾਰ-ਵਾਰ ਗਾਈ ਜਾਂਦਾ ਹੈ, ਜ਼ੋਰ-ਜ਼ੋਰ ਦੀ ਗਾਈ ਜਾਂਦਾ ਹੈ। ਸੁਨ ਸੁਨ ਹੱਸੇ ਸੋ ਆਪਸ ਮਾਹੇ, ਪਾਣੀ ਅੰਨ ਆਨ ਦੇ ਤਾਹੇ। ਦੁਨੀਆ ਸੁਣ ਸੁਣ ਕੇ ਹੱਸਦੀ ਹੈ ਤੇ ਇਹਦਾ ਇਹ ਉਤਸ਼ਾਹ ਦੇਖ ਕੇ, ਜੋ ਇਹਦੇ ਮਨ 'ਚ ਵਲਵਲੇ ਦੇਖ ਕੇ ਨਾ, ਕਿ ਬੜੇ ਚਾਚ ਗਾਉਂਦਾ ਹੈ। ਦੇਖੋ ਤੁਸੀਂ ਕੀ ਗਾ ਰਹੇ, ਇਹ ਗੱਲ ਵੱਖਰੀ ਹੈ। ਗਾ ਕੇ ਮੇਰੇ ਇਹ ਗੱਲ ਬੜੀ ਮਾਇਨੇ ਰੱਖਦੀ ਹੈ। ਤੁਹਾਡੀ ਭਾਵਨਾ ਕੀ ਹੈ? ਉਹ ਜਿਹੜੀ ਭਾਵਨਾ ਹੈ ਨਾ, ਉਹ ਮਨੁੱਖ ਨੂੰ ਅੰਦਰੋਂ ਉੱਚੀਆਂ ਉਠਾਉਂਦੀ ਹੈ। ਕਈ ਵਾਰੀ ਨਾ ਕੋਈ ਬਹੁਤ ਵਧੀਆ ਚੀਜ਼ ਹੁੰਦੀ ਹੈ। ਗੁਰੂ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ। ਅੰਦਰ ਕਪਟ ਹੋਏ ਤੇ ਮੁਖ ਤੋਂ ਭਾਵੇਂ ਕੋਈ ਚੰਗੀਆਂ ਗੱਲਾਂ ਵੀ ਕਿਉਂ ਨਾ ਗਾਈ ਜਾਏ, ਉਹ ਸਾਰਥਕ ਨਹੀਂ ਹੁੰਦੀਆਂ, ਸੁਖ ਨਹੀਂ ਮਿਲਦਾ। ਅੰਦਰ ਭਾਵਨਾ ਹੈ, ਭਾਵਨਾ 'ਚ ਇਹਨੂੰ ਨਹੀਂ ਪਤਾ ਕਿ ਮੈਂ ਕੀ ਕਹਿ ਰਿਹਾ, ਮੋਟੀਆਂ ਜੀਆਂ ਗੱਲਾਂ, ਪਰ ਅੰਦਰੋਂ ਉਹ ਪਵਿੱਤਰ ਭਾਵਨਾ ਨਾਲ ਕਹਿ ਰਿਹਾ ਹੈ। ਤੇ ਦੁਨੀਆ ਇਹਦੇ ਨਾ ਗਾਉਣ ਦੇ ਲਹਿਜੇ 'ਚ ਜੋ ਵੀ ਕਰ ਰਿਹਾ, ਇਹਦੀ ਭਾਵਨਾ ਨੂੰ ਦੇਖ ਕੇ ਨਾ ਖੁਸ਼ ਵੀ ਹੁੰਦੀ ਤੇ ਹੱਸਦੀ ਵੀ ਹੈ। ਹੋਰ ਇਹਨੂੰ ਖਾਣ ਪੀਣ ਲਈ ਵਸਤੂਆਂ ਦਿੰਦੇ ਹਨ ਲੋਕ। ਸਤਿਗੁਰ ਕੋ ਸਿਮਰਤ ਚਿਤ ਚਾਹਤ, ਦਰਸ਼ਨ ਪਾਵੋ ਬਹੁਤ ਉਮਾਹਤ। ਮਨ ਵਿੱਚ ਸਤਿਗੁਰੂ ਜੀ ਨੂੰ ਨਿਤ ਚਿਤਵਦਾ ਰਹਿੰਦਾ ਹੈ ਤੇ ਮਨ 'ਚ ਇੱਕ ਰੀਝ ਹੈ, ਕਦੀ ਮੈਨੂੰ ਵੀ ਗੁਰੂ ਕੇ ਦਰਸ਼ਨ ਹੋਣਗੇ, ਮੈਂ ਵੀ ਗੁਰੂ ਦਰ ਤੇ ਜਾ ਸਕਾਂਗਾ। ਸੰਗ ਨਿਤੰਬਨ ਕਿਸਰਤ ਚਾਲੇ, ਪਲ ਪਲ ਪ੍ਰੇਮ ਕਲਾ ਪ੍ਰਤ ਪਾਲੇ। ਐਵੇਂ ਜਿਵੇਂ ਲੰਗੜੇ ਲੂਲੇ
ਧਰਤੀ ਤੇ ਘਿਸਰ ਕੇ ਚੱਲਦੇ ਨੇ, ਸਰੀਰ ਨੂੰ ਖਿੱਚ ਖਿੱਚ ਕੇ ਘਿਸਰ ਘਿਸਰ ਕੇ ਇਹ ਤੁਰ ਪਿਆ। ਗੋਇੰਦਵਾਲ ਸਾਹਿਬ ਜੀ ਵੱਲ ਨੂੰ ਪੁੱਛਦਾ ਕਿਸਦਾ ਹੋਇਆ। ਚਿਤਵਤ ਮੈਂ ਗੁਰ ਦਰਸ਼ਨ ਪਾਉ, ਆਦ ਬਿਆਦ ਅਗ ਓਗਨ ਸਾਉ। ਮਨ 'ਚ ਖਿਆਲ ਹੈ ਕਿ ਮੈਂ ਗੁਰੂ ਕੇ ਦੀਦਾਰ ਕਰਨੇ ਨੇ, ਗੁਰੂ ਕੇ ਦੀਦਾਰ ਕਰਕੇ ਜੋ ਵੀ ਮੈਨੂੰ ਆਦੀਆਂ ਬੇਅਦੀਆਂ ਲੱਗੀਆਂ ਨੇ, ਸਰੀਰਕ ਰੋਗ ਨੇ, ਮਾਨਸਿਕ ਰੋਗ ਨੇ, ਇਹਨਾਂ ਸਾਰੀਆਂ ਰੋਗਾਂ ਤੋਂ ਮੈਂ ਮੁਕਤੀ ਪਾ ਲਵਾਂਗਾ। ਜੋ ਗੁਰ ਮਗ ਕੋ ਮਿਲ ਢੁਲ ਚਲੇ, ਕਿਉ ਨ ਭੁਗਤ ਮੁਕਤ ਫਲ ਫਲੇ। ਭਈ ਜਿਹੜਾ ਗੁਰੂ ਦੇ ਮਾਰਗ ਤੇ ਚੱਲੇਗਾ ਪਿਆਰ ਦੇ ਨਾਲ, ਉਹਨੂੰ ਕਿਉਂ ਨਹੀਂ ਮੁਕਤੀ ਭੁਗਤੀ ਮਿਲੇਗੀ? ਜ਼ਰੂਰ ਮਿਲੇਗੀ। ਇੱਕ ਭਾਵਨਾ ਹੋਣੀ ਚਾਹੀਦੀ ਹੈ। ਗੁਰੂ ਦੇ ਦਰ ਤੇ ਕੀ ਨਹੀਂ ਮਿਲ ਸਕਦਾ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਅੰਮ੍ਰਿਤ ਬਾਣੀ 'ਚ ਸੰਸਕ੍ਰਿਤੀ ਸ਼ਲੋਕਾਂ 'ਚ ਇੱਕ ਸ਼ਲੋਕ ਬਖਸ਼ਿਸ਼ ਕੀਤਾ ਹੈ। ਦੁਨੀਆ ਦੇ ਲੋਕੋ, ਗੁਰੂ ਦੇ ਘਰ 'ਚ ਕੀ ਨਹੀਂ ਹੈ? ਇਹ ਤੇ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ। ਪਾਸ਼ੰਗ ਕ੍ਰੋਧ ਅਗਰਣੀ ਮੈਂ, ਨਿਰਾਸੰਗ ਆਸ ਪੂਰਨ ਹੈ। ਪਾਸ਼ੰਗ ਦਾ ਅਰਥ ਜਿਹੜੇ ਪਛੜ ਗਏ ਨੇ ਕਿਸੇ ਵੀ ਪੱਖ ਤੋਂ, ਭਾਵੇਂ ਆਰਥਿਕ ਪੱਖ ਤੋਂ, ਮਾਨਸਿਕ ਪੱਖ ਤੋਂ, ਸਰੀਰਕ ਪੱਖ ਤੋਂ, ਕਾਰੋਬਾਰ ਦੇ ਪੱਖ ਤੋਂ, ਪਾਸ਼ੰਗ ਕ੍ਰੋਧ ਅਗਰਣੀ ਮੈਂ। ਗੁਰੂ ਦੇ ਦਰ ਤੇ ਭਾਵਨਾ ਨਾਲ ਆ ਜਾਣ, ਗੁਰੂ ਉਹਨਾਂ ਨੂੰ ਅਗਾਂਹ ਵਧੂ ਕਰ ਦਿੰਦਾ ਹੈ। ਨਿਰਾਸੰਗ ਆਸ ਪੂਰਨ ਹੈ। ਜਿਹੜੇ ਨਿਰਾਸ਼ ਹੋ ਗਏ ਦੁਨੀਆ 'ਚ ਕਿ ਕਿਤੇ ਸਾਡੀ ਭਾਵਨਾ ਪੂਰੀ ਨਹੀਂ ਹੋਈ, ਗੁਰੂ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਨਿਰਧਨ ਭੈ ਧਨਵੰਤ ਹੈ, ਰੋਗੀਆਂ ਰੋਗ ਖੰਡਣਾ। ਜਿਹੜੇ ਨਿਰਧਨ ਨੇ ਉਹ ਭਈ ਗੁਰੂ ਦੇ ਦੱਸੇ ਮਾਰਗ ਤੇ ਤੁਰ ਪੈਣ। ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਨੂੰ ਮੱਥਾ ਟੇਕਦੇ, ਵੱਡੇ ਭਾਗ ਨੇ ਸਾਡੇ। ਗੁਰੂ ਕੀ ਹਜ਼ੂਰੀ 'ਚ ਆਉਂਦੇ ਹਾਂ, ਗੁਰੂ ਕੀ ਬਾਣੀ ਪੜ੍ਹਦੇ ਹਾਂ, ਵੱਡੇ ਭਾਗ ਨੇ ਸਾਡੇ। ਪਰ ਇਹ ਗੱਲ ਚੇਤੇ ਰੱਖਿਓ, ਸਤਿਗੁਰੂ ਜੀ ਦਾ ਬਚਨ ਕਿ ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਗੁਰੂ ਦੀ ਗੱਲ ਸੁਣ ਕੇ ਹਿਰਦੇ 'ਚ ਵਸਾ ਲਓ। ਜੋ ਗੁਰੂ ਨੇ ਜੀਵਨ ਜੁਗ ਦਿੱਤੀ ਉਹਨੂੰ ਅਪਣਾ ਲਓ। ਨਿਰਤਨ ਭੈ ਧਨਵੰਤ ਹੈ, ਰੋਗੀਆਂ ਰੋਗ ਖੰਡਣਾ। ਨਿਰਧਨ ਧਨਵਾਨ ਹੋ ਜਾਂਦੇ ਨੇ, ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ। ਭਗਤੈ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ। ਜਿਹੜੇ ਰੱਬ ਦੀ ਭਗਤੀ ਦੀ ਜਾਚਨਾ ਕਰਦੇ ਉਹਨਾਂ ਨੂੰ ਭਗਤੀ ਦੀ ਦਾਤ ਮਿਲ ਜਾਂਦੀ, ਰੱਬ ਦੇ ਗੁਣ ਗਾਉਣ ਲੱਗ ਪੈਂਦੇ ਨੇ। ਗੁਰਦੇਵ ਕਹਿੰਦੇ ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕੇ ਨਾ ਲਭੇ ਤੇ। ਗੁਰੂ ਪਰਮਾਤਮਾ ਦਾ ਰੂਪ ਹੈ। ਹੇ ਨਾਨਕ ਜੀ, ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ? ਸਭ ਕੁਝ ਲੱਭ ਜਾਂਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ। ਪਰ ਸ਼ਰਤ ਇਹ ਹੈ ਕਿ ਸੁਣ ਉਪਦੇਸ਼ ਹਿਰਦੇ ਵਸਾਓ। ਗੁਰੂ ਦੀ ਗੱਲ ਸੁਣ ਕੇ ਉਹਨੂੰ ਹਿਰਦੇ 'ਚ ਵਸਾ ਲਓ। ਸੋ ਇਹਦੇ ਮਨ 'ਚ ਵੀ ਇਹ ਖਿਆਲ ਆਇਆ, ਮੈਂ ਗੁਰੂ ਸਾਹਿਬ ਜੀ ਦੇ ਦਰ ਤੇ ਜਾਵਾਂ, ਮੇਰੇ ਵੀ ਰੋਗ ਕੱਟੇ ਜਾਣਗੇ। ਚਿਰੰਕਾਲ ਮੈਂ ਚੱਲ ਕਰ ਆਇਓ, ਹਰਖਿਓ ਜਨ ਨਵ ਨਿਧ ਸੁਖ ਪਾਇਓ। ਹੁਣ ਇਹਨੂੰ ਬੜਾ ਚਿਰ ਲੱਗ ਗਿਆ। ਹੁਣ ਧਰਤੀ ਤੇ ਰਿੜਦਾ ਰਿੜਦਾ ਆਪਣੇ ਸਰੀਰ ਨੂੰ ਘੜੀਸਦਾ ਹੋਇਆ ਕਿੰਨੇ ਚਿਰ ਬਾਅਦ ਗੋਇੰਦਵਾਲ ਸਾਹਿਬ ਜੀ ਦੇ ਨੇੜੇ ਆ ਗਿਆ। ਜਦੋਂ ਪਤਾ ਲੱਗਾ ਕਿ ਨੇੜੇ ਪਹੁੰਚ ਗਿਆ, ਇਹਦੇ ਅੰਦਰ ਚਾਹ ਉਤਸ਼ਾਹ ਪੈਦਾ ਹੋ ਗਿਆ ਕਿ ਮੈਂ ਗੁਰੂ ਦਰਬਾਰ ਦੇ ਨੇੜੇ ਆ ਗਿਆ ਹਾਂ। ਸਤਿਗੁਰ ਕੇ ਦਰਬਾਰ ਅਗਾਰੀ, ਲਈ ਧੂਲ ਦਰ ਸ਼ਰਧਾ ਭਾਰੀ। ਸਤਿਗੁਰ ਜੀ ਦੇ ਦਰਬਾਰ ਦੇ ਸਾਹਮਣੇ ਆ ਕੇ ਉੱਥੋਂ ਨੇ ਮਿੱਟੀ ਚੁੱਕੀ ਹੈ, ਆਪਣੇ ਸਰੀਰ ਤੇ ਮਿਲੀ ਬੜੀ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ। ਸਿਰ ਮੁਖ ਪਰ ਸਗਰੇ ਤਨ ਫੇਰੀ, ਬੈਠ ਰਿਓ ਤੈ ਕੇਤਕ ਬੇਰੀ। ਆਪਣੇ ਸਿਰ ਤੇ ਆਪਣੇ ਮੂੰਹ ਤੇ ਫੇਰੀ ਹੈ, ਬੈਠ ਗਿਆ ਬਾਰ-ਬਾਰ ਜੇ ਆ ਕੇ ਬੜੇ ਸਿਦਕ ਦੇ ਨਾਲ। ਆਵਤ ਜਾਤ ਸਿੱਖ ਜੋ ਹੈ, ਅਵਲੋਕ ਦੇਸ ਕੋ ਬਚ ਕਹੈ। ਜਿਹੜੇ ਸਿੱਖ ਆਉਂਦੇ ਜਾਂਦੇ ਇਹਨੂੰ ਦੇਖਦੇ ਨੇ, ਇਹਨੂੰ ਇਸ ਤਰ੍ਹਾਂ ਕਹਿੰਦੇ ਹਨ, ਗੁਰ ਦਰਸ਼ਨ ਕੁਸ਼ਟੀ ਨ ਪਾਵੇ, ਤੋ ਪਾਵੇ ਜੇ ਆਪ ਬੁਲਾਵੇ। ਇਹਨੂੰ ਕਹਿੰਦੇ ਭਾਈ ਤੇਰਾ ਸਰੀਰ ਠੀਕ ਨਹੀਂ ਹੈ, ਦੇਖ ਤੇਰੇ ਸਰੀਰ ਚੋਂ ਖੂਨ ਵਗ ਰਿਹਾ ਹੈ, ਤੂੰ ਕੋੜੀ ਹੈ, ਤੂੰ ਏਦਾਂ ਅੰਦਰ ਨਹੀਂ ਜਾ ਸਕਦਾ। ਹਾਂ, ਤੈਨੂੰ ਸਤਿਗੁਰੂ ਜੀ ਬੁਲਾ ਲੈਣ ਤੇ ਤੂੰ ਚਲਿਆ ਜਾਵੀਂ। ਸੁਨ ਕੇ ਸ਼ੋਕਾਰਤ ਚਿਤ ਹੋਆ, ਜੇ ਅਬ ਮੋਏ ਨ ਦਰਸ਼ਨ ਹੋਆ। ਇਹ ਗੱਲਾਂ ਸੁਣ ਕੇ ਇਹ ਉਦਾਸ ਹੋ ਜਾਂਦਾ ਹੈ, ਗਮਗੀਨ ਹੋ ਜਾਂਦਾ ਹੈ ਕਿ ਇੰਨੀ ਦੂਰੋਂ ਇੰਨੀ ਮੁਸ਼ਕਲ ਨਾਲ ਮੈਂ ਚੱਲ ਕੇ ਆਇਆ ਹਾਂ ਕਿ ਮੈਨੂੰ ਗੁਰੂ ਕੇ ਦੀਦਾਰ ਨਹੀਂ ਹੋਣਗੇ। ਇਸ ਤਰ੍ਹਾਂ ਇਹ ਚਿੰਤਤ ਹੋ ਜਾਂਦਾ ਹੈ। ਆਮਨ ਸ਼ੰਬਾਦ ਹੋਏ ਮੇਰਾ, ਭਇਓ ਨ ਫਲ ਪ੍ਰਾਪਤ ਦੁਖ ਘੇਰਾ। ਜੇ ਗੁਰੂ ਕੇ ਦਰਸ਼ਨ ਨਾ ਹੋਏ, ਮੇਰਾ ਹੋਣਾ ਆਕਾਸ਼ ਚਲਿਆ ਜਾਏਗਾ, ਮੈਂ ਫਿਰ ਦੁੱਖਾਂ 'ਚ ਹੀ ਪਿਆ ਰਵਾਂਗਾ। ਮੈਂ ਨਿਰਭਾਗ ਜਹਾਂ ਜੈ ਜਾ ਜਾਓ, ਨੇ ਫਲ ਤਹਾਂ ਨਹੀਂ ਕੁਛ ਪਾਉ। ਮੇਰੇ ਵਰਗਾ ਭਾਗਹੀਣ ਕੌਣ ਹੋ ਸਕਦਾ ਹੈ? ਜਿੱਧਰ ਜਾਣਾ ਮੈਨੂੰ ਮਿਲਦਾ ਹੀ ਕੁਝ ਨਹੀਂ ਹੈ, ਮੈਨੂੰ ਗੁਰੂ ਕੇ ਦੀਦਾਰ ਵੀ ਨਹੀਂ ਮਿਲ ਰਹੇ, ਇੱਥੋਂ ਵੀ ਮੈਂ ਖਾਲੀ ਜਾਵਾਂਗਾ। ਇਸ ਤਰ੍ਹਾਂ ਇਹ ਸੋਚਾਂ 'ਚ ਪੈ ਜਾਂਦਾ ਹੈ। ਬਿਨ ਦਰਸ਼ਨ ਗਮਨਿਓ ਕਿਤ ਨਾਹੀ, ਕੈ ਮਰ ਰਹੋ ਇਸੀ ਥਲ ਮਾਹੀ। ਪਰ ਇਹਨੇ ਨਿਰਣਾ ਕਰ ਲਿਆ
ਕਿ ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਇੱਥੋਂ ਜਾਵਾਂਗਾ ਨਹੀਂ, ਇੱਥੇ ਮਰ ਜਾਵਾਂਗਾ, ਇੱਥੋਂ ਵਾਪਸ ਨਹੀਂ ਜਾਵਾਂਗਾ। ਤਿਕ ਜੀਵਨ ਅਬਨਾਸੋ ਪ੍ਰਾਨ, ਗੁਰ ਕੇ ਦਰ ਪਰ ਬਰੋ ਸਥਾਨ। ਮੇਰਾ ਜੀਵਨ ਤ੍ਰਿਗ ਹੈ ਜੇ ਮੈਂ ਇੱਥੋਂ ਜਿਉਂਦਾ ਵਾਪਸ ਚਲਿਆ ਜਾਵਾਂ। ਗੁਰੂ ਦੇ ਦਰ ਤੇ ਆਇਆ, ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਪਿੱਛੇ ਨਹੀਂ ਹਟਾਂਗਾ, ਨਹੀਂ ਇੱਥੇ ਮਰ ਜਾਵਾਂਗਾ। ਦ੍ਰਿੜ ਕਰ ਪ੍ਰੇਮ ਤੇਰੇ ਉਦਰ ਆਗੇ, ਸਨਮੁਖ ਬੈਠੇ ਨਹਿ ਥਲ ਤਿਆਗੇ। ਬੜਾ ਪਿਆਰ ਦ੍ਰਿੜ ਕਰਕੇ ਬੈਠ ਗਿਆ ਗੁਰੂ ਦਰਬਾਰ ਦੇ ਬਾਰ-ਬਾਰ ਸਾਹਮਣੇ ਜਿਹੇ ਹੋ ਕੇ, ਆਸੇ-ਪਾਸੇ ਨਹੀਂ ਜਾਂਦਾ ਇਹ ਕਿਤੇ ਵੀ। ਪ੍ਰੇਮ ਵਿਸਾਲ ਗੁਰੂ ਮੈਂ ਧਰੇ, ਮੁਖ ਤੇ ਨਿਤ ਗੁਰ 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 ਕਰੇ। ਇਹਦੇ ਮਨ 'ਚ ਗੁਰੂ ਸਾਹਿਬ ਲਈ ਬਹੁਤ ਭਾਰੀ ਪਿਆਰ ਹੈ ਤੇ ਹਰ ਵੇਲੇ ਮੁਖ ਤੋਂ ਗੁਰੂ ਗੁਰੂ ਜਪਦਾ ਰਹਿੰਦਾ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗੇਗਾ ਇਹਦੇ ਬਾਰੇ, ਕਿਉਂਕਿ ਜਦੋਂ ਬਾਹਰ ਬੈਠਾ ਗਾਉਂਦਾ ਗਾਉਂਦਾ ਬੇਹੋਸ਼ ਹੋ ਜਾਂਦਾ ਹੈ, ਡਿੱਗ ਜਾਂਦਾ ਹੈ। ਇਹ ਸਾਰੀ ਵਾਰਤਾ ਸਿੱਖ ਦੱਸਣਗੇ ਸਤਿਗੁਰੂ ਜੀ ਨੂੰ, ਗਰੀਬ ਨਵਾਜ਼ ਸਤਿਗੁਰੂ ਜੀ ਬੁਲਾਉਣਗੇ। ਇਸ ਵਿਅਕਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੰਦਰੁਸਤ ਵੀ ਕਰਨਗੇ, ਇਹਨੂੰ ਆਪਣਾ ਪੁੱਤਰ ਬਣਾ ਲੈਣਗੇ। ਦੇਖੋ ਕਿੰਨੇ ਵੱਡੇ ਭਾਗ, ਪੁੱਤਰ ਬਣਾ ਲੈਣਗੇ। ਇਹ ਵਿਅਕਤੀ ਜਿਹੜਾ ਕੋਹੜੀ ਹੈ, ਇਹ ਵਿਅਕਤੀ ਜਿਹੜਾ ਨਿਥਾਵਾਂ ਹੈ, ਸਤਿਗੁਰੂ ਜੀ ਇਹਦਾ ਵਿਆਹ ਵੀ ਕਰਨਗੇ। ਵਿਆਹ ਤੋਂ ਬਾਅਦ ਇਹਨੂੰ ਸਿੱਖੀ ਦਾ ਪ੍ਰਚਾਰਕ ਨਿਯਤ ਕਰਨਗੇ। ਏਡਾ ਵੱਡਾ ਮਾਣ ਸਤਿਗੁਰੂ ਜੀ ਦੇਣਗੇ। ਇਹ ਗੱਲ ਕੇਵਲ ਗੁਰੂ ਦੇ ਘਰ 'ਚ ਹੈ। ਇਹ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ ਜੀਓ। ਗਰੀਬ ਨਵਾਜ਼ ਸਤਿਗੁਰੂ ਜੀ ਮਿਹਰ ਕਰਨ, ਆਉਣ ਵਾਲਾ ਸਮਾਂ ਸਾਰੀਆਂ ਸੰਗਤਾਂ ਲਈ ਖੁਸ਼ੀਆਂ ਭਰਪੂਰ ਹੋਏ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।